ਸਤਿ ਸ੍ਰੀ ਅਕਾਲ ਬੇਟਾ ਜੀ। ਅੱਜ ਅਸੀਂ ਚੈਪਟਰ ਸਟਾਰਟ ਕਰ ਰਹੇ ਹਾਂ ਇਲੈਕਟ੍ਰਿਕ ਚਾਰजेस ਐਂਡ ਫੀਲਡਸ। ਸਭ ਤੋਂ ਪਹਿਲੇ ਗੱਲ ਕਰਾਂਗੇ ਕਿ ਇਹ ਚਾਰजेस ਹੈ, ਇਹ ਕੀ ਚੀਜ਼ ਹੁੰਦੀ ਹੈ। ਜਿਵੇਂ ਅਸੀਂ ਦੇਖਿਆ ਕਿ ਕੋਈ ਵੀ ਸਾਡੇ ਕੋਲ ਅਰਾਊਂਡ ਕੋਈ ਵੀ ਮਟੀਰੀਅਲ ਹੈਗਾ ਉਹ ਐਟਮਸ ਨਾਲ ਬਣਿਆ ਹੋਇਆ ਹੈ, ਤੇ ਐਟਮਸ ਕੀ ਹੁੰਦੇ ਨੇ? ਨਿਊਟਰੋਨ, ਇਲੈਕਟ੍ਰੋਨ ਐਂਡ ਪ੍ਰੋਟੋਨ। ਹੁਣ ਇਲੈਕਟ੍ਰੋਨ ਤੇ ਪ੍ਰੋਟੋਨ ਦਾ ਭਾਰ ਵੀ ਹੁੰਦਾ ਹੈ, ਯਾਨੀ ਕਿ ਮਾਸ ਵੀ ਹੁੰਦਾ ਹੈ। ਉਸੇ ਤਰ੍ਹਾਂ ਦੀ ਇਹਨਾਂ ਦੀ ਇੱਕ ਹੋਰ ਪ੍ਰੋਪਰਟੀ ਹੈ, ਜਿਹਨੂੰ ਅਸੀਂ ਕਹਿੰਦੇ ਨੇ ਚਾਰਜ। ਇਹ ਨਾਮ ਜਿਹੜਾ ਦਿੱਤਾ ਪੋਜ਼ਿਟਿਵ ਤੇ ਨੈਗੇਟਿਵ, ਇਹ ਕਿਹਨੇ ਦਿੱਤਾ? ਇਹ ਬੈਂਜਾਮਿਨ ਫਰੈਂਕਲਿਨ ਨੇ ਦਿੱਤਾ ਕਿ ਚਾਰਜ ਇਲੈਕਟ੍ਰੋਨ ਤੇ ਹੋਏਗਾ ਉਹਨੂੰ ਅਸੀਂ ਨੈਗੇਟਿਵ ਕਵਾਂਗੇ, ਤੇ ਜਿਹੜਾ ਚਾਰਜ ਪ੍ਰੋਟੋਨ ਤੇ ਹੋਏਗਾ ਉਹਨੂੰ ਅਸੀਂ ਪੋਜ਼ਿਟਿਵ ਕਵਾਂਗੇ। ਜਿਵੇਂ ਅਸੀਂ ਇੱਕ ਐਟਮ ਲੈ ਲਈਏ ਔਰ ਇਹਦੇ ਸੈਂਟਰ 'ਚ ਸਪੋਜ਼ ਕਰੋ ਦੋ ਪ੍ਰੋਟੋਨ ਹੈ, ਤਾਂ ਇਹਦਾ ਮਤਲਬ ਦੋ ਇਲੈਕਟ੍ਰੋਨ ਹੋਣਗੇ ਇਹਦੇ ਔਰਬਿਟ 'ਚ। ਹੁਣ ਇਹਦਾ ਜਿਹੜਾ ਚਾਰਜ ਹੈ ਉਹ ਅਸੀਂ ਕਵਾਂਗੇ ਨੈਗੇਟਿਵ ਹੈ, ਤੇ ਜਿਹੜਾ ਪ੍ਰੋਟੋਨ ਦਾ ਚਾਰਜ ਹੈ ਉਹਨੂੰ ਕਵਾਂਗੇ ਇਹ ਪੋਜ਼ਿਟਿਵ ਹੈ। ਇਹ ਪੋਜ਼ਿਟਿਵ ਐਂਡ ਨੈਗੇਟਿਵ ਇਹ ਕਿਹਨੇ ਨਾਂ ਦਿੱਤਾ? ਇਹ ਬੈਂਜਾਮਿਨ ਫਰੈਂਕਲਿਨ ਨੇ ਦਿੱਤਾ। ਇਹ ਐਕਸਪੈਰੀਮੈਂਟਲੀ ਫਾਈਂਡ ਕੀਤਾ ਗਿਆ ਹੈ ਕਿ ਜੇ ਅਸੀਂ ਸੇਮ ਚਾਰजेस ਨੂੰ ਕੋਲ ਰੱਖੀਏ ਤਾਂ ਉਹ ਇੱਕ ਦੂਜੇ ਨੂੰ ਰਿਪੈਲ ਕਰਦੇ ਨੇ, ਯਾਨੀ ਕਿ ਦੂਰ ਹਟਾਉਂਦੇ ਨੇ। ਤੇ ਜੇ ਅਸੀਂ ਡਿਫਰੈਂਟ ਚਾਰजेस ਨੂੰ ਨਾਲ ਰੱਖੀਏ, ਯਾਨੀ ਕਿ ਪੋਜ਼ਿਟਿਵ ਤੇ ਨੈਗੇਟਿਵ ਨੂੰ ਕਰੀਏ, ਤੇ ਉਹ ਆਪਸ 'ਚ ਅਟਰੈਕਸ਼ਨ, ਜਿਵੇਂ ਗ੍ਰੈਵਿਟੇਸ਼ਨ ਦੀ ਅਟਰੈਕਸ਼ਨ ਹੁੰਦੀ ਹੈ ਉੱਦਾਂ ਹੀ ਇੱਕ ਦੂਜੇ ਨੂੰ ਅਟਰੈਕਟ ਕਰਦੇ ਨੇ। ਅਗਰ ਕਿਸੇ ਚੀਜ਼ 'ਚ ਕੋਈ ਚਾਰਜ ਹੈ ਉਹਨੂੰ ਕਿਸ ਯੂਨਿਟ 'ਚ ਕਰੀਏ, ਯਾਨੀ ਕਿ ਉਹਨੂੰ ਕਿਲੋਗ੍ਰਾਮ ਤਾਂ ਨਹੀਂ ਕਹਿ ਸਕਦੇ ਕਿ ਇਸ 'ਚ ਇੰਨੇ ਕਿਲੋਗ੍ਰਾਮ ਭਾਰ ਹੈ, ਤੇ ਅਸੀਂ ਉਹਦੇ ਵਾਸਤੇ ਇੱਕ ਯੂਨਿਟ ਯੂਜ਼ ਕਰਦੇ ਹਾਂ ਜਿਹਨੂੰ ਕਹਿੰਦੇ ਨੇ ਕੂਲੋਂਬ। ਇਹ ਵੀ ਸਾਇੰਟਿਸਟ ਦਾ ਨਾਂ ਹੈ ਜਿਹਦੀ ਰਿਸਪੈਕਟ ਦੇ ਕਾਰਨ ਅਸੀਂ ਰਿਸਪੈਕਟ ਦੇਣ ਲਈ ਅਸੀਂ ਚਾਰਜ ਦੀ ਜਿਹੜੀ ਯੂਨਿਟ ਹੈ ਉਹਨੂੰ ਕੂਲੋਂਬ ਕਹਿੰਦੇ ਨੇ। ਹੁਣ ਚਾਰਜ ਇਲੈਕਟ੍ਰੋਨ ਤੇ ਪ੍ਰੋਟੋਨ ਤੇ ਇਕੁਅਲ ਹੁੰਦਾ ਹੈ, ਯਾਨੀ ਕਿ ਸੇਮ ਹੁੰਦਾ ਹੈ, ਬਟ ਉਹਨਾਂ ਦਾ ਸਾਈਨ ਜਿਹੜਾ ਹੈਗਾ ਉਹ ਡਿਫਰੈਂਟ ਹੁੰਦਾ ਹੈ। ਚਾਰਜ ਔਨ ਇਲੈਕਟ੍ਰੋਨ ਕਿੰਨਾ ਹੁੰਦਾ ਹੈ? ਮਾਈਨਸ, ਇਹ ਮਾਈਨਸ ਦਾ ਧਿਆਨ ਰੱਖਿਓ, ਮਾਈਨਸ ਹੁੰਦਾ ਹੈ 1.602 ਇੰਟੂ 10⁻⁻19 ਕੂਲਮ, ਯਾਨੀ ਕਿ ਬਹੁਤ ਹੀ ਘੱਟ ਹੈਗਾ ਕੂਲਮ ਦੇ ਹਿਸਾਬ ਨਾਲ ਵੇਖਿਆ ਜਾਵੇ ਤੇ ਜਨਰਲੀ ਅਸੀਂ 1.6 ਲੈ ਕੇ ਚੱਲਦੇ ਨੇ, 0.2 ਇਗਨੋਰ ਕਰਦੇ ਨੇ ਮੋਸਟ ਆਫ ਦਾ ਕੈਲਕੂਲੇਸ਼ਨ 'ਚ। ਦੂਜਾ ਸੇਮ ਚਾਰਜ ਹੋਏਗਾ ਪ੍ਰੋਟੋਨ 'ਚ, ਅਸੀਂ ਦੇਖਿਆ ਤੇ ਕਿੰਨਾ ਹੋਏਗਾ? ਪੋਜ਼ਿਟਿਵ 1.602 ਇੰਟੂ 10⁻⁻19 ਕੂਲਮ। ਇਹ ਤਾਂ ਹੋ ਗਿਆ ਕਿ ਚਾਰजेस ਕੀ ਚੀਜ਼ ਹੈਗੇ ਆ। ਹੁਣ ਕੋਈ ਚੀਜ਼ ਚਾਰਜ ਕਿੱਦਾਂ ਹੋ ਜਾਏਗੀ ਉਹ ਅਸੀਂ ਹੁਣ ਸਮਝਾਂਗੇ। ਹਾਊ ਅ ਮਟੀਰੀਅਲ ਇਜ਼ ਚਾਰਜ, ਪੋਜ਼ਿਟਿਵ ਔਰ ਨੈਗੇਟਿਵ। ਨਾਰਮਲੀ ਅਗਰ ਤੁਸੀਂ ਕੋਈ ਵੀ ਮਟੀਰੀਅਲ ਦੇਖੋ ਉਹ ਜ਼ਿਆਦਾਤਰ ਆਪਣਾ ਚਾਰਜ ਨਹੀਂ ਦਿਖਾਉਂਦਾ, ਸਾਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਦੇ ਅੰਦਰ ਜਿਹੜੇ ਪ੍ਰੋਟੋਨ ਤੇ ਇਲੈਕਟ੍ਰੋਨ ਨੇ ਉਹ ਬੈਲੈਂਸ ਨੇ। ਜਾਂ ਅਗਰ ਅਸੀਂ ਗੱਲ ਕਰੀਏ ਇਸ ਐਗਜ਼ਾਮਪਲ ਦੀ, ਇਹ ਦੇਖੋ ਐਗਜ਼ਾਮਪਲ ਜਿਹੜਾ ਹੈਗਾ ਇਹਦੇ 'ਚ 3 ਇਲੈਕਟ੍ਰੋਨ ਨੇ ਤੇ 3 ਪ੍ਰੋਟੋਨ ਨੇ, ਤੇ ਟੋਟਲ ਨੈਟ ਚਾਰਜ ਅਗਰ ਅਸੀਂ ਕਹੀਏ ਤਾਂ ਕਹਿਣਾ 0 ਹੈਗਾ। ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਐਟਮ ਹੈਗਾ ਉਹ ਨਿਊਟਰਲ ਹੈ। ਬਟ ਕਦੀ ਕਦੀ ਇਹਨਾਂ 'ਚ ਇੱਕ ਇੰਬੈਲੈਂਸ ਹੋ ਸਕਦਾ ਹੈ। ਇੰਬੈਲੈਂਸ ਦਾ ਮਤਲਬ ਹੈ ਇਹ ਜਿਹੜਾ ਬੈਲੈਂਸ ਬਣਿਆ ਹੋਇਆ ਹੈ ਇਲੈਕਟ੍ਰੋਨ ਤੇ ਪ੍ਰੋਟੋਨ ਦਾ, ਇਹ ਵਿਗੜ ਸਕਦਾ ਹੈ। ਇਹਦੇ ਕਾਰਨ ਹੀ ਉਹ ਆਬਜੈਕਟ ਜਾਂ ਉਹ ਐਟਮ ਜਿਹੜਾ ਹੋਏਗਾ ਉਹ ਚਾਰਜ ਕਹਿਲਾਇਆ ਜਾਏਗਾ ਕਿ ਉਹਦੇ 'ਚ ਹੁਣ ਚਾਰਜ ਆ ਗਿਆ ਹੈ। ਇਫ ਏ ਮਟੀਰੀਅਲ ਗੇਨਸ ਇਲੈਕਟ੍ਰੋਨ, ਦ ਚਾਰਜ ਇਜ਼ ਨਾਓ ਇਨ ਇੰਬੈਲੈਂਸ। ਜੇ ਕਿਸੇ ਮਟੀਰੀਅਲ 'ਚ ਇਲੈਕਟ੍ਰੋਨ ਆ ਜਾਂਦੇ ਨੇ, ਯਾਨੀ ਕਿ ਉਹਨਾਂ ਦੇ ਐਟਮ 'ਚ ਇਲੈਕਟ੍ਰੋਨ ਜ਼ਿਆਦਾ ਹੋ ਜਾਂਦੇ ਨੇ, ਤੇ ਅਸੀਂ ਕਵਾਂਗੇ ਇੱਕ ਇੰਬੈਲੈਂਸ ਹੋ ਗਿਆ। ਜਿਹੜੇ ਪਹਿਲੇ ਬੈਲੈਂਸ ਸੀਗੇ ਪ੍ਰੋਟੋਨ ਤੇ ਇਲੈਕਟ੍ਰੋਨ, ਹੁਣ ਉਹ ਬੈਲੈਂਸ ਨਹੀਂ ਰਹੇ, ਇੱਕ ਇੰਬੈਲੈਂਸ ਆ ਗਿਆ। ਐਜ਼ ਦ ਮਟੀਰੀਅਲ ਹੈਵ ਐਕਸੈਸ ਆਫ ਇਲੈਕਟ੍ਰੋਨ, ਐਕਸੈਸ ਮਤਲਬ ਜ਼ਿਆਦਾ, ਐਜ਼ ਦ ਮਟੀਰੀਅਲ ਹੈਵ ਐਕਸੈਸ ਆਫ ਇਲੈਕਟ੍ਰੋਨਸ, ਅਸੀਂ ਹੁਣ ਕਵਾਂਗੇ ਕਿ ਇਟ ਹੈਜ਼ ਨੈਟ ਨੈਗੇਟਿਵ ਚਾਰਜ। ਪਹਿਲੇ ਨੈਗੇਟਿਵ 0 ਸੀ, ਨੈਟ ਚਾਰਜ ਕਿੰਨਾ ਸੀਗਾ? 0 ਸੀਗਾ। ਹੁਣ ਨੈਟ ਨੈਗੇਟਿਵ ਚਾਰਜ ਕੁਝ ਆ ਗਿਆ ਕਿਉਂਕਿ ਇਲੈਕਟ੍ਰੋਨ ਦੇ शिफ्ट होने के कारण। फॉर एग्जाम्पल यही एग्जाम्पल लिया है, 3 इलैक्ट्रॉन सीगे 3 प्रोटोन, हुण एक इलैक्ट्रॉन वध गया, कित्थों आ गया, यानी कि इन्हें गेन किया इलैक्ट्रॉन, इलैक्ट्रॉन ज़्यादा हो गए प्रोटोन तो किन्ने? एक, तो असीं कहांगे एक नैगेटिव चार्ज इहदी वैल्यू है। इहदे विच कितना चार्ज हैगा? -e दा। हुण सैकेंड एग्जाम्पल लो, पॉजिटिवली चार्ज कदों कहांगे? जदों इलैक्ट्रॉन लूज हो जाएगा। अगे पढ़ते हैं। ऑन द अदर हैंड, इफ द मटीरियल लूजेज इलैक्ट्रॉन्स, देर इज अगेन द इम्बैलेंस ऑफ चार्जेस। जे मटीरियल इलैक्ट्रॉन लूज करता है फिर इम्बैलेंस हो गया, हुण फिर न्यूट्रल नहीं रहा, बट क्योंकि इन्हें हुण इलैक्ट्रॉन लूज किया है, इहदे च कमी आ जाएगी इलैक्ट्रॉन की कमी दे होण क्या की होएगा? नैट चार्ज वध जाएगा। नैट चार्ज किदां कढ रहे ने? 3 पॉजिटिव चार्ज ने, प्रोटोन्स है ते 2 इलैक्ट्रॉन है। 3 + -2 कितना हो जाएगा?
1 यानी कि एक पॉजिटिव चार्जड एटम हो जाएगा। यही हिसाब ਅਸੀਂ ਜਿਹੜਾ ਹੈਗਾ ਇਹੀ ਕਾਮਨ ਸੈਂਸ ਅਸੀਂ ਮਟੀਰੀਅਲ 'ਚ ਵੀ ਲਾਣੀ ਹੈ। ਜੇ ਇਲੈਕਟ੍ਰੋਨ ਵੱਧ ਜਾਣਗੇ ਕਿਸੇ ਮਟੀਰੀਅਲ 'ਚ ਤਾਂ ਅਸੀਂ ਕਹਾਂਗੇ ਕਿ ਨੈਗੇਟਿਵਲੀ ਚਾਰਜ ਹੋ ਗਿਆ। ਜੇ ਉਹ ਇਲੈਕਟ੍ਰੋਨ ਲੂਜ਼ ਕਰਦਾ ਹੈ ਕੋਈ ਮਟੀਰੀਅਲ ਅਸੀਂ ਕਹਾਂਗੇ ਉਹ ਪੋਜ਼ਿਟਿਵਲੀ ਚਾਰਜ ਹੋ ਗਿਆ। ਹੁਣ ਇੱਥੇ ਐਗਜ਼ਾਮਪਲ ਦਿੱਤਾ ਹੈ, ਜਦੋਂ ਅਸੀਂ ਕੋਈ ਕਾਟਨ ਦਾ ਕੱਪੜਾ ਹੈਗਾ, ਸੂਤੀ ਕੱਪੜਾ ਹੈਗਾ, ਉਹਨੂੰ ਆਪਣੀ ਸਕਿਨ ਤੇ ਰਗੜਦੇ ਹਾਂ ਤੇ ਕੀ ਹੁੰਦਾ ਹੈ, ਸਾਡੀ ਸਕਿਨ ਜਿਹੜੀ ਹੈਗੀ ਹੈ ਉਹ ਇਲੈਕਟ੍ਰੋਨ ਛੱਡਦੀ ਹੈ ਤੇ ਉਹ ਜਿਹੜੇ ਇਲੈਕਟ੍ਰੋਨ ਨੇ ਉਹ ਕਾਟਨ ਕਲੌਥ ਜਿਹੜਾ ਹੈਗਾ ਸੂਤੀ ਕੱਪੜਾ ਹੈ ਗੇਨ ਕਰਦਾ ਹੈ ਤੇ ਨੈਗੇਟਿਵਲੀ ਚਾਰਜ ਹੋ ਜਾਂਦਾ ਹੈ। ਇਹ ਅਸੀਂ ਕੀਤਾ ਹੈ ਬਚਪਨ 'ਚ ਵੀ, ਅਸੀਂ ਸਕੇਲ ਨੂੰ ਰਬ ਕਰਦੇ ਹਨ ਆਪਣੇ ਬਾਲਾਂ ਨਾਲ ਤੇ ਨਾਲ ਛੋਟੇ ਛੋਟੇ ਜਿਹੇ ਕਾਗਜ਼ ਦੇ ਟੁਕੜੇ ਹੈ ਉਹਦੇ ਨਾਲ ਜੁੜ ਜਾਂਦੇ ਨੇ। ਜੇ ਤੁਸੀਂ ਸੂਤੀ ਕੱਪੜੇ ਨਾਲ ਵੀ ਆਪਣੀ ਸਕਿਨ ਨਾਲ ਰਬ ਕਰੋਗੇ ਉਹ ਛੋਟੇ ਛੋਟੇ ਪਾਰਟੀਕਲ ਕਾਗਜ਼ ਦੇ ਹੈਗੇ ਆ ਉਹ ਤੁਹਾਨੂੰ ਅਟਰੈਕਟ ਕਰਨਗੇ, ਉਸ ਕਾਟਨ ਦੇ ਕੱਪੜੇ ਨੂੰ ਅਟਰੈਕਟ ਕਰਨਗੇ। ਹੁਣ ਦੇਖੋ ਨੈਕਸਟ ਕਨਸੈਪਟ ਆਉਂਦਾ ਹੈ ਗੋਲਡ ਲੀਫ ਇਲੈਕਟ੍ਰੋਸਕੋਪ ਦਾ। ਸੋ ਪੜ੍ਹ ਲੈਂਦੇ ਹਾਂ ਥੋੜਾ। GLE is used to detect the presence of very weak electrical charges at rest on a body। मतलब कोई भी चार्जेस अगर किसी बॉडी ते हैगे है, ਰੈਸਟ ਦੀ ਗੱਲ ਕਰ ਰਹੇ ਹਾਂ, ਹਾਲੇ ਕੋਈ ਵੀ ਚਾਰਜ ਅਸੀਂ ਮੂਵਿੰਗ ਚਾਰਜ ਯਾਨੀ ਕਿ ਕੋਈ ਚੀਜ਼ ਦਾ ਚਾਰਜ ਮੂਵ ਹੋ ਰਿਹਾ ਉਹਦੀ ਗੱਲ ਨਹੀਂ ਕੀਤੀ, ਰੈਸਟ ਤੇ ਚਾਰਜ ਹੈਗੇ ਆ ਤੇ ਉਹਨਾਂ ਨੂੰ ਡਿਟੈਕਟ ਕਰਨ ਵਾਸਤੇ ਕਿ ਉਹ ਬੋਡੀ ਤੇ ਹੈਗੇ ਕਿ ਨਹੀਂ ਹੈਗੇ ਆ, ਉਹਦੇ ਵਾਸਤੇ ਅਸੀਂ ਗੋਲਡ ਲੀਫ ਇਲੈਕਟ੍ਰੋਸਕੋਪ ਯੂਜ਼ ਕਰਦੇ ਨੇ ਜਿਹਨੂੰ ਸ਼ਾਰਟ ਫਾਰਮ 'ਚ ਕਹਿੰਦੇ ਨੇ GLE। ਇਹ ਬਣਿਆ ਕਿੱਦਾਂ ਹੁੰਦਾ ਹੈ, ਇੱਦਾਂ ਦੇਖੋ ਇਹ ਫਿਗਰ 'ਚ ਧਿਆਨ ਦਿਓ, ਇੱਕ ਇਹ ਬਾਕਸ ਬਣਿਆ ਹੁੰਦਾ ਹੈ, ਇਹਦੇ 'ਚ ਇੱਕ ਇਹ ਮੈਟੈਲਿਕ ਰੋਡ ਹੈ, ਯਾਨੀ ਕਿ ਕੋਈ ਵੀ ਮੈਟਲ ਲੈ ਲਓ, ਯਾਨੀ ਕਿ ਬਰਾਸ ਲਿਆ ਹੈ, ਕੋਈ ਵੀ ਮੈਟਲ ਲੈ ਸਕਦੇ ਹੋ ਜਿਹੜਾ ਕੰਡਕਟਰ ਹੋਵੇ, ਜਿਹੜਾ ਇਲੈਕਟ੍ਰਿਸਿਟੀ ਨੂੰ ਕੰਡਕਟ ਕਰਦਾ ਹੋਵੇ। ਉੱਤੇ ਇਹਦੇ ਮੈਟਲ ਨੌਬ ਲੱਗੀ ਹੁੰਦੀ ਹੈ। ਇੱਕ ਇਨਸੂਲੇਟਰ ਲੱਗਿਆ ਹੋਇਆ ਹੈ, ਇਨਸੂਲੇਟਰ ਰਬੜ ਦਾ ਹੁੰਦਾ ਹੈ। ਇਨਸੂਲੇਟਰ ਨੇ ਕੀ ਕਰਨਾ, ਕੋਈ ਵੀ ਚਾਰਜ ਇੱਦਾਂ ਨਾ ਹੋਏ ਕਿ ਅਸੀਂ ਡਿਟੈਕਟ ਕਰ ਰਹੇ ਹਾਂ ਤੇ ਇਹ ਬਾਕਸ 'ਤੇ ਲੀਕ ਹੋ ਜਾਵੇ, ਤਾਂ ਕਰਕੇ ਇੱਥੇ ਇਨਸੂਲੇਟਰ ਲਾਇਆ ਹੋਇਆ ਹੈ। ਇੱਥੇ ਦੇਖੋ ਥੱਲੇ ਇਹ ਗੋਲਡ ਲੀਵਸ ਲੱਗੀਆਂ ਨੇ, ਜਿਵੇਂ ਅਸੀਂ ਇੱਕ ਪੇਪਰ ਲਓ ਤੇ ਉਹਨੂੰ ਫੋਲਡ ਕਰ ਦਿਓ, ਉਸ ਹਿਸਾਬ ਨਾਲ ਇੱਥੇ ਇੱਕ ਫੋਲਡਡ ਲੀਫ ਦੀ ਤਰ੍ਹਾਂ ਦੋ ਗੋਲਡ ਦੀ ਲੀਫ ਲਾਈਆਂ ਗਈਆਂ ਨੇ, ਤਾਂ ਹੀ ਇਹਨੂੰ ਗੋਲਡ ਲੀਫ ਇਲੈਕਟ੍ਰੋਸਕੋਪ ਕਿਹਾ ਜਾਂਦਾ ਹੈ। ਇੱਥੇ ਅਰਥਿੰਗ ਵਾਸਤੇ ਵੀ ਇੱਕ ਸਕਰੂ ਦਿੱਤਾ ਹੁੰਦਾ ਹੈ। ਹੁਣ ਅਸੀਂ ਸਮਝਦੇ ਹਾਂ ਕਿ ਕਿੱਦਾਂ ਇਹ ਕੰਮ ਕਰਦਾ ਹੈ ਤੇ ਪਹਿਲੇ ਪੜ੍ਹ ਲੈਂਦੇ ਹਾਂ ਕੰਸਟਰਕਸ਼ਨ ਕਿੱਦਾਂ ਦੀ ਹੈਗੀ ਹੈ। GLE is made of vertical brass rod in a box with a gold leaf। On top of the rod there is a metal knob, a metal knob ਹੈਗੀ ਹੈ। The metal rod is insulated from the box by a non-conducting material, ਉਹ ਜਿਹੜਾ ਰਬੜ ਵੀ ਯੂਜ਼ ਕਰ ਸਕਦੇ ਹੋ ਜਾਂ ਹੋਰ ਕੋਈ non-conducting material। At the bottom right of the box earthing is provided by a metal screw to discharge unwanted charge। ਅਰਥਿੰਗ ਕਿਉਂ ਦਿੱਤੀ ਗਈ ਹੈ, ਕੋਈ ਵੀ ਅਨਵਾਂਟਡ ਚਾਰਜ ਯਾਨੀ ਕਿ ਇਹ ਨਾ ਹੋਏ ਪਹਿਲੇ ਤੋਂ ਹੀ ਕੋਈ ਚਾਰਜ ਇੱਥੇ ਪਿਆ ਹੋਏ ਤੇ ਉਹ ਸਾਨੂੰ ਡਿਟੈਕਟ ਕਰੀ ਜਾਏ ਗੋਲਡ ਲੀਫ, ਤਾਂ ਕਰਕੇ ਡਿਸਚਾਰਜ ਕਰਨ ਵਾਸਤੇ ਇੱਥੇ ਅਰਥਿੰਗ ਲਾਈ ਗਈ ਹੈ। ਹੁਣ ਅੱਗੇ ਪੜ੍ਹਦੇ ਹਾਂ ਇਹਦੀ ਵਰਕਿੰਗ। ਜਦੋਂ ਵੀ ਅਸੀਂ when we touch any charged material on the metal knob, the charge is conducted by the metal rod and flows to bottom। The charge gets distributed on the gold leaves। As the like charges repel each other, we see a divergence। Divergence मतलब दूर दूर हो जाना in the gold leaves। देखो दोबारा ये फिगर ਨੂੰ, ਜੇ ਇੱਥੇ ਅਸੀਂ ਇਹ ਕਰਸਰ ਹੀ ਸਮਝੋ, ਜੇ ਮੈਂ ਇਹਨੂੰ ਟੱਚ ਕਰ ਦਿੰਦਾ ਤੇ ਮੇਰਾ ਜਿਹੜਾ ਕਰਸਰ ਹੈਗਾ ਸਪੋਜ਼ ਕਰੋ ਉਹਦੇ ਤੇ ਪੋਜ਼ਿਟਿਵ ਚਾਰਜ ਹੁੰਦਾ ਤੇ ਪੋਜ਼ਿਟਿਵ ਚਾਰਜ ਨੇ ਕੀ ਕਰਨਾ ਸੀ, ਇੱਥੋਂ ਜਿਵੇਂ ਕਿਉਂਕਿ ਇਹ ਮੈਟਲ ਨੌਬ ਹੈ ਇਹਨੇ ਕੰਡਕਟ ਕਰ ਜਾਣਾ, ਜਿਹੜਾ ਪੋਜ਼ਿਟਿਵ ਚਾਰਜ ਹੈ ਇਹ ਇੱਥੇ ਫਲੋ ਹੋ ਜਾਵੇਗਾ। ਫਲੋ ਹੋਣ ਦੇ ਬਾਅਦ ਕਿੱਥੇ ਹੋਏਗਾ, ਅੱਗੇ ਵੀ ਕਨੈਕਟਡ ਕਿਹੜੀ ਹੈਗੀਆਂ ਗੋਲਡ ਲੀਵਸ ਹੈਗੀਆਂ, ਇਹਨਾਂ 'ਚ ਵੀ ਬਰਾਬਰ ਬਰਾਬਰ ਪੋਜ਼ਿਟਿਵ ਚਾਰਜ ਚਲੇ ਜਾਣਾ ਹੈ। ਇਹ ਦੇਖੋ ਇੱਥੇ ਮੈਂ ਸਮਝਾਇਆ ਹੈ ਲੀਵਸ ਆਰ ਸਟਿਕ ਵਿਦ ਈਚ ਅਦਰ। ਸਟਾਰਟਿੰਗ 'ਚ ਕੀ ਹੋਏਗਾ, ਜਿਹੜੀ ਇਹ ਲੀਵਸ ਨੇ ਗੋਲਡ ਲੀਵਸ ਇਕੱਠੀਆਂ ਮਿਲੀਆਂ ਹੋਣਗੀਆਂ, ਜਦੋਂ ਅਸੀਂ ਪੋਜ਼ਿਟਿਵ ਚਾਰਜ ਪਾਵਾਂਗੇ ਉਹਦੇ ਬਾਅਦ ਕੀ ਹੋਏਗਾ, ਇਹ ਚਾਰਜ ਦੋਵਾਂ, ਇੱਥੇ ਵੀ ਲਾਈਨ ਹੋਣੀ ਹੈ, ਇਹ ਇੱਕ ਹੋਰ ਲਾਈਨ ਹੈ ਇੱਥੇ ਤੇ ਇੱਥੇ ਵੀ ਪੋਜ਼ਿਟਿਵ ਚਾਰਜ ਚੱਲ ਜਾਣਾ, ਇੱਥੇ ਵੀ ਪੋਜ਼ਿਟਿਵ ਚਾਰਜ। ਹੁਣ ਪੋਜ਼ਿਟਿਵ ਚਾਰਜ ਕੀ ਕਰਦੇ ਨੇ, ਇੱਕ ਦੂਜੇ ਨੂੰ ਰਿਪੈਲ ਕਰਦੇ ਨੇ, ਦੂਜੇ ਨੂੰ ਇੱਕ ਦੂਜੇ ਦੇ ਦੂਰ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਤਾਂ ਕਰਕੇ ਇਹ ਦੋਨੋਂ ਲੀਵ ਜਿਹੜੀ ਹੈ ਇਹ ਡਾਇਵਰਜ ਹੋ ਜਾਣਗੀਆਂ, ਦੂਰ ਚਲੀ ਜਾਣਗੀਆਂ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿਹੜੀ ਵੀ ਤੁਸੀਂ ਸਪੋਜ਼ ਕਰੋ ਇਹ ਕਰਸਰ ਸੀਗਾ ਜਾਂ ਕੋਈ ਮੈਟਲ ਰੋਡ ਸੀਗੀ ਜਾਂ ਕਾਟਨ ਦਾ ਕੱਪੜਾ ਸੀਗਾ ਜਿਹਦੇ 'ਚ ਨੈਗੇਟਿਵ ਚਾਰਜ ਸੀਗਾ, ਉਹ ਤੁਸੀਂ ਟੱਚ ਕੀਤਾ ਉਹਦੇ 'ਚ ਚਾਰਜ ਸੀਗਾ, ਉਸ ਚੀਜ਼ 'ਚ ਚਾਰਜ ਹੈ ਉਹ ਚੀਜ਼ ਨਿਊਟਰਲ ਨਹੀਂ ਹੈ। ਇਹ ਚੀਜ਼ ਅਸੀਂ ਡਿਟੈਕਟ ਕਰ ਸਕਦੇ ਹਾਂ GLE ਦੁਆਰਾ। ਹੁਣ ਪੜ੍ਹਦੇ ਹਾਂ ਜੀ ਕੰਡਕਟਰ ਕੀ ਹੁੰਦੇ ਆ ਤੇ ਇਨਸੂਲੇਟਰ ਕੀ ਹੁੰਦੇ ਆ। ਸਮ ਮਟੀਰੀਅਲਸ ਰੈਡੀਲੀ ਅਲਾਓ ਪੈਸੇਜ ਆਫ ਇਲੈਕਟ੍ਰੋਨਸ ਥਰੂ them, others do not। ਕੁਝ ਮਟੀਰੀਅਲ ਹੈਗੇ ਆ ਜਿਹੜੇ ਆਰਾਮ ਨਾਲ ਰੈਡੀਲੀ ਪੈਸੇਜ ਇਲੈਕਟ੍ਰੋਨ ਨੂੰ ਯਾਨੀ ਕਿ ਦੇ ਦਿੰਦੇ ਨੇ, ਯਾਨੀ ਕਿ ਇਲੈਕਟ੍ਰੋਨ ਟਰੈਵਲ ਆਰਾਮ ਨਾਲ ਕਰ ਸਕਦਾ ਹੈ ਉਹਨਾਂ ਕੁਝ ਮਟੀਰੀਅਲ 'ਚ ਤੇ ਕਈ ਮਟੀਰੀਅਲ ਨਹੀਂ ਕਰਦੇ। ਜਿਹੜੇ ਮਟੀਰੀਅਲ
those which allow electrons to pass through them all called conductors। ਜਿਹੜੇ ਮਟੀਰੀਅਲ ਇਲੈਕਟ੍ਰੋਨ ਨੂੰ ਈਜ਼ੀਲੀ ਪਾਸ ਥਰੂ ਕਰਨ ਦਿੰਦੇ ਨੇ ਆਪਣੇ ਵਿਦਿਨ, ਉਹਨਾਂ ਨੂੰ ਅਸੀਂ ਕਹਿੰਦੇ ਨੇ ਕੰਡਕਟਰ। ਦੇ ਕੰਡਕਟ ਕਰਦੇ ਨੇ ਇਲੈਕਟ੍ਰੋਨ। they have electrons, ਅੱਗੇ ਪੜੋ, they have electrons that are free to move within material as compared to other materials। ਅਗਰ ਅਸੀਂ ਕੰਪੇਅਰ ਕਰੀਏ ਉਸ ਕੰਡਕਟਰ ਕਿਉਂ ਕਹਾ ਜਾਏਗਾ ਇਹ ਵਧੀਆ ਕੰਡਕਟਰ, ਕੋਈ ਚੀਜ਼ ਵਧੀਆ ਕੰਡਕਟਰ ਕਿਉਂ ਕਹਾਂਗੇ? ਕਿਉਂਕਿ ਅਗਰ ਬਾਕੀ ਮਟੀਰੀਅਲ ਤੋਂ ਉਸ ਮਟੀਰੀਅਲ ਨੂੰ ਕੰਪੇਅਰ ਕੀਤਾ ਜਾਵੇ ਤੇ ਉਹਦੇ ਜਿਹੜੇ ਇਲੈਕਟ੍ਰੋਨ ਨੇ ਉਹ ਫਰੀਲੀ ਮੂਵ ਕਰ ਸਕਦੇ ਨੇ ਮਟੀਰੀਅਲ ਦੇ ਵਿੱਚ। ਹੁਣ ਕੌਣ ਕੌਣ ਹੁੰਦੇ ਨੇ? ਮੈਟਲਸ, ਹਿਊਮਨਸ, ਅਸੀਂ ਵੀ ਇੱਕ ਕੰਡਕਟਰ ਨੇ। मेटल्स यानी कि चम्मच ले लो, लोहा ले लो, ये सारे जो मेटल्स हैं, सोना चांदी, ये सब क्या करते हैं? कंडक्ट करते हैं इलैक्ट्रिसिटी नू या इलैक्ट्रॉन नू। एनिमल बॉडीज़ भी दुनिया के सब तो इंपॉर्टेंट इत्थे दिता है अर्थ ऑल्सो इज़ अ कंडक्टर, यानी कि जी सारी धरती है वो भी एक कंडक्टर है, वो भी इलैक्ट्रिसिटी पास हो सकती है। मोस्ट ऑफ द नॉन मेटल्स लाइक ग्लास, पोर्सलिन, प्लास्टिक, नायलन, वुड ऑफर हाई रेजिस्टेंस टू द पैसेज ऑफ इलैक्ट्रॉन, यानी कि ਜਿਹੜੇ ਕੰਡਕਟਰ थे ਉਹ ਤਾਂ ਈਜ਼ੀਲੀ ਪਾਸ ਕਰਨ ਦਿੰਦੇ ਸੀ, ਬਟ ਕੁਝ ਮਟੀਰੀਅਲਸ ਜ਼ਿਆਦਾਤਰ ਜਿਹੜੇ ਹੈਗੇ ਉਹ ਨੌਨ ਮੈਟਲਸ ਹੈਗੇ, ਜਿਹੜੇ ਮੈਟਲ ਨਹੀਂ ਹੈਗੇ, ਗਲਾਸ, ਪੋਰਸਲਿਨ, ਪਲਾਸਟਿਕ, ਨਾਈਲਨ, ਵੁੱਡ, ਇਹ ਕੀ ਕਰਦੇ ਆ? ਇਹਨਾਂ ਨੂੰ ਆਰਾਮ ਨਾਲ ਇਲੈਕਟ੍ਰੋਨ ਨੂੰ ਪਾਸ ਨਹੀਂ ਹੋਣ ਦਿੰਦੇ, ਹਾਈ ਰੈਜ਼ਿਸਟੈਂਸ ਦਿੰਦੇ ਨੇ। ਰੈਜ਼ਿਸਟ ਮਤਲਬ ਕਿਸੇ ਚੀਜ਼ ਨੂੰ ਰੋਕਣਾ, ਤੇ ਇਹਨਾਂ ਦੀ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਉਹ ਹਾਈ ਹੁੰਦੀ ਹੈ ਇਲੈਕਟ੍ਰੋਨ ਨੂੰ ਪਾਸ ਕਰਨ ਦੀ, ਤੇ ਅਸੀਂ ਉਹਨਾਂ ਨੂੰ ਕਹਿੰਦੇ ਨੇ ਨੌਨ ਕੰਡਕਟਰ ਵੀ ਕਈ ਵਾਰੀ ਕਹਿ ਦਿੰਦੇ ਨੇ, ਤੇ ਕਈ ਵਾਰੀ ਇਹਨਾਂ ਨੂੰ ਕਹਿੰਦੇ ਨੇ ਇਨਸੂਲੇਟਰਸ। ਹੁਣ ਵੇਖੋ ਕੰਡਕਟਰ ਤੇ ਇਨਸੂਲੇਟਰ ਦਾ ਕੀ ਫਰਕ ਪਏਗਾ। when some charge is transferred to a conductor it readily gets distributed over the entire surface of the conductor। if some charge is put on a insulator it stays in the same place। ਜਿਵੇਂ ਅਸੀਂ ਕੋਈ ਚਾਰਜ ਟ੍ਰਾਂਸਫਰ ਕਰੀਏ ਕਿਸੇ, ਸਪੋਜ਼ ਕਰੋ ਲੋਹੇ ਦੇ ਚਮਚ ਨੂੰ, ਤੇ ਇੱਕ ਪਾਸੇ ਤੁਸੀਂ ਅਗਰ ਉਹਨੂੰ ਇਲੈਕਟ੍ਰੋਨ ਪਾਸ ਕਰੋਗੇ ਉਹ ਦੂਜੇ ਪਾਸੇ ਟ੍ਰਾਂਸਫਰ ਹੋ ਜਾਣਗੇ, ਡਿਸਟਰੀਬਿਊਟ ਹੋ ਜਾਣਗੇ ਪੂਰੇ ਚਮਚ 'ਚ, ਕਿਉਂਕਿ ਇਲੈਕਟ੍ਰੋਨ ਈਜ਼ੀਲੀ ਮੂਵ ਕਰ ਸਕਦੇ ਨੇ। ਬਟ ਜੇ ਅਸੀਂ ਕੋਈ ਚਾਰਜ ਇਨਸੂਲੇਟਰ ਤੇ ਪਾਈਏ ਤੇ ਕੀ ਹੋਣਾ ਹੈ? ਉਹਨਾਂ ਨੇ ਉੱਥੇ ਹੀ ਰਹਿਣਾ ਜਿੱਥੇ ਅਸੀਂ ਉਹਨਾਂ ਨੂੰ ਪਲੇਸ ਕੀਤਾ ਹੈ, ਕਿਉਂਕਿ ਅੱਗੇ ਉਹ ਜਾ ਹੀ ਨਹੀਂ ਸਕਦੇ, ਰੈਜ਼ਿਸਟੈਂਸ ਬਹੁਤ ਹਾਈ ਹੈ, ਤਾਂ ਕਰਕੇ ਇਲੈਕਟ੍ਰੋਨ ਜਿਹੜੇ ਹੈ ਉਹ ਡਿਸਟਰੀਬਿਊਟ ਨਹੀਂ ਹੋਣਗੇ ਪੂਰੇ ਆਪਣੇ ਇਨਸੂਲੇਟਰ ਤੇ। ਹੁਣ ਇੱਕ ਕੁਐਸਚਨ ਹੈ ਜਿਹੜਾ ਅਸੀਂ ਬਚਪਨ ਤੋਂ ਕਰਦੇ ਆ ਰਹੇ ਹਾਂ, can we pick small paper cuttings with a metallic spoon? why we use plastic ruler only? ਅਸੀਂ ਬਚਪਨ ਤੋਂ ਕੀ ਕਰਦੇ ਸੀ? ਪਲਾਸਟਿਕ ਰੂਲਰ ਨੂੰ ਆਪਣੇ ਬਾਲਾਂ ਨਾਲ ਘਿਸਦੇ ਸੀ, ਉਹਦੇ ਬਾਅਦ ਕੀ ਹੁੰਦਾ ਹੈ? ਅਸੀਂ ਛੋਟੇ ਪੇਪਰ ਦੇ ਕੋਲ ਲੈ ਕੇ ਜਾਂਦੇ ਨੇ, ਪੇਪਰ ਜੋ ਉਹਦੇ ਨਾਲ ਚਿਪਕ ਜਾਂਦੇ ਨੇ। ਇਹ ਕਿੱਦਾਂ ਹੋ ਰਿਹਾ ਹੈ? ਇਹਦੇ ਬਾਰੇ ਤੁਹਾਨੂੰ ਪੁੱਛਿਆ ਗਿਆ ਹੈ ਕਿ ਉਹਦੀ ਜਗ੍ਹਾ ਤੁਸੀਂ ਅਗਰ ਕੋਈ ਲੋਹੇ ਦਾ ਚਮਚ ਲੈ ਲਓ ਤਾਂ ਇਹ ਚੀਜ਼ ਹੋਏਗੀ ਕਿ ਨਹੀਂ ਹੋਏਗੀ? ਇਹਦਾ ਆਨਸਰ ਕੀ ਹੈ? ਇੱਦਾਂ ਨਹੀਂ ਹੁੰਦਾ। ਕਿਉਂ? ਕਿਉਂਕਿ ਜਿਹੜਾ ਲੋਹਾ ਹੈਗਾ ਉਹ ਕੀ ਹੈਗਾ? ਇੱਕ ਕੰਡਕਟਰ ਹੈਗਾ। ਜਿਵੇਂ ਹੀ ਉਹਦੇ 'ਚ ਕੋਈ ਇਲੈਕਟ੍ਰੋਨ ਆਣੇ ਵੀ ਹੈ, ਕੋਈ ਚਾਰਜ ਆਏਗਾ ਵੀ, ਉਹ ਸਾਡੀ ਬੋਡੀ ਦੀ ਰਾਹੀਂ, ਕਿਉਂਕਿ ਅਸੀਂ ਵੀ ਕੰਡਕਟਰ ਨੇ, ਧਰਤੀ 'ਚ ਚਲੇ ਜਾਣਾ ਹੈ, ਉਹਦੇ ਉੱਪਰ ਕੋਈ ਚਾਰਜ ਹੀ ਨਹੀਂ ਰਹਿਣਾ। ਫਿਰ ਵੀ ਆਨਸਰ ਪੜ੍ਹ ਲੈਣੇ ਨੇ, ਨੋ। ਐਜ਼ ਵੀ ਰਬ ਦ ਮੈਟਲ ਸਪੂਨ ਵਿਦ ਆਰ ਹੇਅਰ ਦ ਚਾਰਜ acquired by the spoon is conducted through our body to the earth, hence no charge gets accumulated मतलब इकट्ठा होना on the spoon, hence we do not feel any charge on the spoon। but in case of plastic ruler the acquired charge stays on the ruler as plastic ruler is a non-conductor। but in plastic ruler क्यों लेंदे हैं? ਇਹਦਾ आंसर है क्योंकि अगर कोई चार्ज ਉਹਦੇ ਤੇ ਆਂਦਾ ਹੈ ਤਾਂ ਉਹਦੇ ਤੇ ਬਣਿਆ ਰਹਿੰਦਾ ਹੈ, ਸਾਡੀ ਬੋਡੀ ਥਾਈ ਦੀ ਥਰੂ ਥੱਲੇ ਧਰਤੀ 'ਚ ਨਹੀਂ ਚਲੇ ਜਾਏਗਾ, ਉਹਦਾ ਚਾਰਜ ਖਤਮ ਨਹੀਂ ਹੋ ਜਾਏਗਾ, ਤਾਂ ਕਰਕੇ ਉਹਦੇ ਤੇ ਚਾਰਜ ਰਹਿੰਦਾ ਹੈ। ਉਹਦੇ ਕਾਰਨ ਹੀ ਉਹ ਜਿਹੜੇ ਛੋਟੇ ਛੋਟੇ ਪਲਾਸਟਿਕ ਪੇਪਰ ਨੇ ਉਹ ਅਟਰੈਕਟ ਹੁੰਦੇ ਨੇ। ਅੱਗੇ ਪੜਾਂਗੇ ਕਿ ਉਹ ਅਟਰੈਕਟ ਐਕਚੁਅਲੀ ਕਰ ਕਿਉਂ ਰਹੇ ਨੇ। ਅੱਗੇ ਆ ਗਿਆ ਵਟ ਇਜ਼ ਅਰਥਿੰਗ। ਇੱਕ ਤੁਹਾਨੂੰ ਵੀਡੀਓ ਮੈਂ ਸ਼ੇਅਰ ਕੀਤਾ ਹੈ WhatsApp ਗਰੁੱਪ 'ਚ, ਉਹ ਤੁਸੀਂ ਦੇਖ ਲੈਣਾ। ਜਦੋਂ ਅਸੀਂ ਘਰ ਕੋਈ ਵੀ ਫਾਊਂਡੇਸ਼ਨ ਰੱਖਦੇ ਹਾਂ, ਕਿਸੇ ਘਰ ਦੀ ਘਰ ਬਣਾਉਂਦੇ ਹਾਂ, ਤੇ ਸਟਾਰਟਿੰਗ 'ਚ ਜਦੋਂ ਬਿਜਲੀ ਦੀ ਤਾਰ ਪਾਉਂਦੇ ਆ ਮੇਨਸ ਤੋਂ, ਤੁਹਾਡੇ ਮੀਟਰ ਤੋਂ, ਤਾਂ ਸਭ ਤੋਂ ਪਹਿਲੇ ਅਰਥਿੰਗ ਦਿੱਤੀ ਜਾਂਦੀ ਹੈ। ਤਾਂ ਹਰ ਘਰ ਦੀ ਸੱਚਾਈ ਹੈ, ਹਰ ਘਰ 'ਚ ਤੁਹਾਡਾ, ਜੇ ਤੁਸੀਂ ਦੇਖਿਆ ਹੋਏ ਕੋਈ ਵੀ ਸਵਿੱਚ ਘਰ ਦਾ ਹੋਏਗਾ ਉਹ 3 ਸ਼ੂ ਹੁੰਦੇ ਨੇ ਜ਼ਿਆਦਾਤਰ, ਠੀਕ ਹੈ। ਇਹ ਜਿਹੜਾ ਸਵਿੱਚ, ਇਹ ਜਿਹੜੀ ਇਹਦੇ ਤੇ ਜਿਹੜੀ ਵਾਇਰਿੰਗ ਆਉਂਦੀ ਹੈ, ਇਹ ਕਿੱਥੋਂ ਆਉਂਦੀ ਹੈ? ਇਹ ਅਰਥਿੰਗ ਨਾਲ, ਇਹਨੂੰ ਕਹਿੰਦੇ ਨੇ ਅਰਥਿੰਗ ਦੀ ਵਾਇਰ, ਠੀਕ ਹੈ। ਇਹ ਇੱਕ ਇਹਨਾਂ 'ਚ ਦੋਵਾਂ 'ਚ ਕੀ ਹੁੰਦੀ ਹੈ? ਇੱਕ ਲਾਈਵ ਵਾਇਰ ਹੁੰਦੀ ਹੈ ਤੇ ਇੱਕ ਨਿਊਟਰਲ ਵਾਇਰ ਹੁੰਦੀ ਹੈ। ਇਹ ਅੱਗੇ ਪੜਾਂਗੇ ਇਹਨਾਂ ਦਾ ਕੀ ਮਹੱਤਵ ਹੈ, ਕਿੱਦਾਂ ਇਲੈਕਟ੍ਰਿਸਿਟੀ ਜਾਂਦੀ ਹੈ। ਬਟ ਇੱਥੇ ਅਰਥਿੰਗ ਦੀ ਗੱਲ ਕਰ ਰਹੇ ਹਾਂ, ਉਹ ਥੋੜ੍ਹੇ ਡਿਸਕਸ ਕਰ ਲੈਂਦੇ ਵੀ ਅਰਥਿੰਗ ਹੈ ਕੀ। ਦ ਪ੍ਰੋਸੈਸ ਆਫ ਸ਼ੇਅਰਿੰਗ ਦ ਚਾਰजेस ਵਿਦ ਦ ਅਰਥ ਇਜ਼ ਕਾਲਡ ਗਰਾਊਂਡਿੰਗ ਔਰ ਅਰਥਿੰਗ। ਜੇ ਅਸੀਂ ਚਾਰਜ ਸ਼ੇਅਰ ਕਰਦੇ ਹਾਂ ਜਾਂ ਧਰਤੀ 'ਚ ਚਾਰਜ ਪਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹਨੂੰ ਕਹਾਂਗੇ ਅਸੀਂ ਗਰਾਊਂਡਿੰਗ ਕਰ ਰਹੇ ਹਾਂ ਜਾਂ ਅਰਥਿੰਗ ਕਰ ਰਹੇ ਹਾਂ।
When we bring a charged body in contact of earth, all the excess charge on the body pass to the ground through the connecting conductor such as our body. ਜਦੋਂ ਵੀ ਅਸੀਂ ਕੋਈ ਵੀ ਚਾਰਜ ਬੋਡੀ ਅਰਥ ਨਾਲ ਕੰਟੈਕਟ ਕਰਾਂਗੇ, ਚਾਹੇ ਉਹਦੇ 'ਚ ਕੋਈ ਪੋਜ਼ਿਟਿਵ ਚਾਰਜ ਹੋਏ ਜਾਂ ਨੈਗੇਟਿਵ ਚਾਰਜ ਹੋਏ, ਉਹ ਧਰਤੀ 'ਚ ਚਲੇ ਜਾਣਾ ਹੈ, ਉਸਨੇ ਨਿਊਟਰਲ ਹੋ ਜਾਣਾ ਹੈ ਜੋ ਵੀ ਆਬਜੈਕਟ ਚਾਰਜ ਸੀਗਾ। ਇਹ ਕਿੱਦਾਂ ਹੁੰਦਾ ਹੈ? ਕਿਉਂਕਿ ਧਰਤੀ ਜਿਹੜਾ ਹੈਗਾ ਇੱਕ ਬਹੁਤ ਬੜਾ ਕੰਡਕਟਰ ਹੈ। ਇੱਦਾਂ ਸਮਝੋ ਕਿ ਉਹ ਜਿੰਨਾ ਮਰਜ਼ੀ ਪੋਜ਼ਿਟਿਵ ਚਾਰਜ ਲੈ ਸਕਦਾ ਹੈ ਤੇ ਜਿੰਨਾ ਮਰਜ਼ੀ ਨੈਗੇਟਿਵ ਚਾਰਜ ਵੀ ਲੈ ਸਕਦਾ ਹੈ। ਇਹਦੇ ਕਾਰਨ ਫਾਇਦਾ ਕੀ ਹੋਏਗਾ ਉਹ ਅੱਗੇ ਦੇਖਦੇ ਹਾਂ। ਅਰਥਿੰਗ ਪ੍ਰੋਵਾਈਡ ਸੇਫਟੀ ਮੈਜਰ ਫॉर ਇਲੈਕਟ੍ਰਿਕ ਅਪਲਾਇੰਸਿਸ। ਇਲੈਕਟ੍ਰੀਕਲ ਦੀ ਜਿਹੜੀ ਵੀ ਚੀਜ਼ਾਂ ਅਸੀਂ ਯੂਜ਼ ਕਰ ਰਹੇ ਹਾਂ ਉਹਦੇ ਵਾਸਤੇ ਸੇਫਟੀ ਪ੍ਰੋਵਾਈਡ ਹੁੰਦੀ ਹੈ। ਕਿੱਦਾਂ ਸੇਫਟੀ ਕਰਦੇ ਹਾਂ? ਕਿਉਂਕਿ ਸਪੋਜ਼ ਕਰੋ ਤੁਸੀਂ ਪ੍ਰੈਸ ਯੂਜ਼ ਕਰ ਰਹੇ ਹੋ ਤੇ ਪ੍ਰੈਸ ਦਾ ਅਰਥਿੰਗ ਨਹੀਂ ਲਾਈ ਹੋਈ। ਹੁਣ ਸਪੋਜ਼ ਕਰੋ ਪ੍ਰੈਸ ਦੇ ਚੀਜ਼ 'ਚ ਇਹ ਦੋ ਵਾਇਰਾਂ ਹੋਣੀਆਂ ਇਲੈਕਟ੍ਰਿਸਿਟੀ ਦੀਆਂ, ਤੇ ਇਹਦੇ 'ਚ ਕੋਈ ਕੱਟ ਆ ਜਾਵੇ ਤੇ ਉਹ ਪ੍ਰੈਸ ਦੇ ਸਰਫੇਸ ਨਾਲ ਲੱਗ ਰਹੀ ਹੋਏ ਤੇ ਉਹਦੇ ਨਾਲ ਕੀ ਹੋਏਗਾ? ਕਰੰਟ ਤੁਹਾਨੂੰ ਵੀ ਲੱਗ ਸਕਦਾ ਹੈ, ਉਹ ਮਸ਼ੀਨ ਵੀ ਖਰਾਬ ਹੋ ਸਕਦੀ ਹੈ। ਬਟ ਕਿਉਂਕਿ ਇਹ ਥਰਡ ਇਸ਼ੂ ਦਿੱਤਾ ਗਿਆ ਹੁੰਦਾ ਹੈ, ਇਹਦੇ ਕਾਰਨ ਕੀ ਹੋਣਾ? ਕੋਈ ਵੀ ਐਕਸੈਸ ਚਾਰਜ ਜੇ ਉਸ ਬੋਡੀ 'ਤੇ ਹੈਗਾ, ਉਸ ਪ੍ਰੈਸ 'ਚ ਹੈਗਾ ਤੇ ਉਹਨੇ ਅਰਥ ਹੋ ਜਾਣਾ ਹੈ। ਕਿਉਂਕਿ ਅਰਥ ਨੇ ਕੀ ਕਰਨਾ ਹੈ, ਧਰਤੀ ਨੇ ਕੀ ਕਰਨਾ ਹੈ, ਉਹ ਚਾਰਜ ਜਿਹੜਾ ਵੀ ਐਕਸੈਸ ਹੈਗਾ ਆਪਣੇ 'ਚ ਇੱਕ ਤਰ੍ਹਾਂ ਨਾਲ ਐਬਜ਼ੌਰਬ ਕਰ ਲੈਣਾ ਹੈ। ਤਾਂ ਕਰਕੇ ਇਹ ਸਾਰੇ ਸੇਫਟੀ ਵਾਸਤੇ ਹੁੰਦਾ ਹੈ। ਕਰਦੇ ਕਿੱਦਾਂ ਹੈ? A thick metal plate is buried deep into the earth and thick wires are drawn from this plate। ਇੱਕ ਮੈਟਲ ਪਲੇਟ ਦਬਾਈ ਜਾਂਦੀ ਹੈ ਤਾਂ ਆਪਣੇ ਮੇਨਸ ਦੇ ਨਾਲ ਹੀ ਹੁੰਦੀ ਹੈ ਜ਼ਿਆਦਾਤਰ, ਤੇ ਉਹਦੇ ਤੋਂ ਵਾਇਰਾਂ ਕੱਢੀ ਜਾਂਦੀ ਹੈ ਜਿਹਨੂੰ ਅਰਥਿੰਗ ਦੀ ਵਾਇਰ ਕਹਿੰਦੇ ਨੇ, ਤੇ ਉਹ ਫਿਰ ਪੂਰੀ ਡਿਸਟਰੀਬਿਊਟ ਕੀਤੀ ਜਾਂਦੀ ਹੈ ਤੁਹਾਡੇ ਘਰਾਂ 'ਚ ਜਿੱਥੇ ਜਿੱਥੇ ਤੁਸੀਂ ਇਲੈਕਟ੍ਰਿਸਿਟੀ ਦੇ ਸ਼ੂਜ਼ ਲਾਣੇ ਨੇ। ਇਹ ਵੇਖੋ, ਇਹ ਇੱਕ ਵੀਡੀਓ ਵੀ ਦਿੱਤਾ ਸੀ, ਉਹ ਤੁਸੀਂ ਵੇਖ ਸਕਦੇ ਹੋ ਕਿ ਕਿੱਦਾਂ ਅਰਥਿੰਗ ਕਰਦੇ ਆ। ਹੁਣ ਅਸੀਂ ਪੜ੍ਹਦੇ ਹਾਂ ਚਾਰਜਿੰਗ ਬਾਏ ਇੰਡਕਸ਼ਨ। ਅਸੀਂ ਚਾਰਜ ਟ੍ਰਾਂਸਫਰ ਕਰ ਸਕਦੇ ਹਾਂ ਚਾਰਜਸ, ਜਾਂ ਦੋ ਕਿਸ ਦਾ ਕਰ ਸਕਦੇ ਹਾਂ? ਇੱਕ ਦਾ ਤਰੀਕਾ ਹੈਗਾ ਦੋ ਮੈਟਲਸ ਨੂੰ ਕੰਟੈਕਟ 'ਚ ਲਿਆਓ, ਇੱਕ ਚਾਰਜ ਹੈਗਾ, ਇੱਕ ਨਾਨ ਚਾਰਜ, ਤੇ ਦੂਜੇ ਨੇ ਵੀ ਚਾਰਜ ਹੋਣਾ ਹੈ ਜੇ ਤਾਂ ਉਹ ਕੰਡਕਟਿੰਗ ਮਟੀਰੀਅਲ ਹੋਇਆ। ਇਸ ਐਗਜ਼ਾਮਪਲ 'ਚ ਅਸੀਂ ਸਿਰਫ ਕੰਡਕਟਿੰਗ ਮਟੀਰੀਅਲ ਦੀ ਗੱਲ ਕਰਾਂਗੇ। ਨਾਓ ਤੁਸੀਂ ਵੇਖੋ, ਫॉर एग्जांपल इफ वी कनेक्ट ए नेगेटिवली चार्ज प्लास्टिक रॉड टू ए पिथ बॉल। पिथ बॉल का मतलब की है इतने बेटा? पिथ बॉल एक बॉल खाली समझ लो किसी भी फोम की, और ऊपर क्या है, एक परत चढ़ा दी है, कोटिंग चढ़ा दी है मेटेलिक की, जिससे वो एक तरह से कंडक्टर की तरह ਅਸੀਂ कह सकते हैं वो बिहेव करेगी। तो उन्होंने कहते पिथ बॉल बार बार बोले जाना, तो ये पता होना चाहिए पिथ बॉल क्या है। इतने मैं फोटो भी दी हुई है पिथ बॉल की। नाउ सम ऑफ द चार्जेस गेट ट्रांसफर्ड टू द पिथ बॉल। क्योंकि ਅਸੀਂ ਨੈਗੇਟਿਵਲੀ ਚਾਰਜ ਪਲਾਸਟਿਕ ਰੋਡ ਇਹਦੇ ਨਾਲ ਲਾਈ, ਸਪੋਜ਼ ਕਰੋ ਇਹ ਪਲਾਸਟਿਕ ਰੋਡ ਹੈ ਮੇਰਾ ਕਰਸਰ, ਤੇ ਮੈਂ ਇਹਦੇ ਕੋਲ ਲੈ ਜਾਵਾਂ ਇਸ ਬॉल ਦੇ, ਸਪੋਜ਼ ਕਰੋ ਇਹ ਬॉल ਨਹੀਂ ਹੈ, ਇਹਦੇ ਕੋਲ ਲੈ ਜਾਵਾਂ ਤੇ ਜਿਵੇਂ ਟੱਚ ਕਰਾਂਗਾ ਤੇ ਨੈਗੇਟਿਵ ਚਾਰਜ ਇਸ ਬॉल ਤੇ ਵੀ ਚੱਲ ਜਾਣਾ, ਤੇ ਉਹਦੇ ਬਾਅਦ ਥੋੜੀ ਦੇਰ ਬਾਅਦ ਕੀ ਹੋਗਾ, ਇਹ ਵੀ ਨੈਗੇਟਿਵ ਹੋ ਜਾਣੀ ਹੈ। ਮੇਰਾ ਜਿਹੜਾ ਕਰਸਰ ਹੈਗਾ ਯਾਨੀ ਕਿ ਰੋਡ ਹੈਗੀ ਇਹ ਵੀ ਨੈਗੇਟਿਵ ਹੈਗੀ ਹੈ, ਤੇ ਇਹਦੇ ਨਾਲ ਕੀ ਹੋਣਾ ਹੈ, ਇਹਨੇ ਹੁਣ ਇਹਨੂੰ ਰਿਪੈਲ ਕਰਨਾ ਸ਼ੁਰੂ ਕਰ ਦੇਣਾ, ਦੂਰ ਕਰਨਾ ਸ਼ੁਰੂ ਕਰ ਦੇਣਾ ਹੈ। ਪਰ ਅਸੀਂ ਕੀ ਕੀਤਾ ਇਸ ਕੇਸ 'ਚ? ਇਨ ਦਿਸ ਕੇਸ ਵੀ ਹੈਵ ਚਾਰਜਡ ਦ ਆਬਜੈਕਟ ਬਾय ਕੰਟੈਕਟ। ਅਸੀਂ ਉਹਦੇ ਨਾਲ ਕੰਟੈਕਟ ਕਰਕੇ, ਉਹਨਾਂ ਨਾਲ ਟੱਚ ਕਰਕੇ ਅਸੀਂ ਜਿਹੜਾ ਹੈਗਾ ਚਾਰਜ ਕੀਤਾ ਇਸ ਪਿਥ ਬॉल ਨੂੰ। when some charge is transferred plastic rod will be repelled by the pith ball। जैसे जितना ही ਉਹਦੇ ਕੋਲ नेगेटिव चार्ज चल जाएगा तो ਕੀ ਹੋਏਗਾ, ਉਹ रिपेल्ड होना शुरू हो जाएगी प्लास्टिक रॉड तो। but what in the case of small pieces of papers who are getting attracted by not even getting touched by the plastic ruler। ਹੁਣ ਉਹੀ ਕੁਐਸਚਨ ਆ ਰਿਹਾ ਜਿਹੜਾ ਬਚਪਨ ਤੋਂ ਕਰ ਰਹੇ ਆ ਵੀ ਉਹ ਜਿਹੜਾ ਕਾਗਜ਼ ਹੈ ਉਹ ਉੱਪਰ ਕਿਉਂ ਆ ਰਿਹਾ ਹੈ। ਹੁਣ ਇੱਥੇ ਪਹਿਲੇ ਕੰਡਕਟਰ ਦੀ ਗੱਲ ਕਰ ਲੈਂਦੇ ਹਾਂ। ਇਹਦੇ ਕੋਲ ਤੁਹਾਡੀ ਫਿਗਰ ਲਈ ਗਈ ਹੈ ਤੁਹਾਡੀ ਕਿਤਾਬ ਤੋਂ ਹੀ, ਤੇ ਇਹ ਫਿਗਰ ਦਿੱਤੀ ਗਈ ਹੈ, ਫਿਗਰ A ਹੈ, B ਹੈ, C ਹੈ, D ਹੈ ਔਰ E ਹੈ। ਇਹ ਜਿਹੜੇ ਹੈਗੇ ਆ ਦੋ ਪਿਥ ਬॉल ਹੀ ਹੈਗੇ ਆ। ਇਹ ਇਹਨਾਂ ਨੇ ਸਟੈਂਡ ਦਿੱਤਾ ਹੋਇਆ ਤੇ ਇਹ ਥੱਲੇ ਇਨਸੂਲੇਟਰ ਲਾਇਆ ਹੋਇਆ, ਇਹ ਨਾ ਹੋਏ ਕਿ ਚਾਰਜ ਕਿਤੇ ਇੱਥੋਂ ਥੱਲੇ ਹੀ ਜਾ ਕੇ ਧਰਤੀ 'ਚ ਚਲ ਜਾਵੇ, ਤਾਂ ਕਰਕੇ ਥੱਲੇ ਇਨਸੂਲੇਟਰ ਲਾਇਆ ਹੋਇਆ ਤੇ ਇਹਨਾਂ ਨੂੰ ਦੋਨਾਂ ਨੂੰ ਟੱਚ ਕਰਕੇ ਰੱਖਿਆ ਹੋਇਆ। ਸਟਾਰਟਿੰਗ 'ਚ ਕੀ ਹੋਏਗਾ, ਦੇਖੋ ਫਿਗਰ A 'ਚ ਕੀ ਦੱਸਿਆ ਕਿ ਇਹ ਸਟਾਰਟਿੰਗ 'ਚ ਨਿਊਟਰਲ ਸੀਗੇ, ਇਹਨਾਂ ਤੇ ਕੋਈ ਚਾਰਜ ਨਹੀਂ ਹੈ, ਯਾਨੀ ਕਿ ਇਲੈਕਟ੍ਰੋਨ ਪ੍ਰੋਟੋਨ ਇਕੁਅਲ ਨੇ, ਕੋਈ ਵੀ ਐਕਸੈਸ ਨਹੀਂ ਹੈ ਇਲੈਕਟ੍ਰੋਨ ਦੀ, ਵਾਧਾ ਨਹੀਂ ਹੈ ਨਾ ਤੇ ਕੋਈ ਘਾਟਾ ਹੈਗਾ, ਇਲੈਕਟ੍ਰੋਨ ਘੱਟ ਵੀ ਨਹੀਂ ਹੈਗੇ, ਪੋਜ਼ਿਟਿਵ ਚਾਰਜ ਵੀ ਜ਼ਿਆਦਾ ਨਹੀਂ ਹੈਗਾ, ਇਹ ਨਿਊਟਰਲ ਹੈਗੇ। ਤੇ ਇੱਥੇ ਲਿਖਿਆ two pith balls A and B are in touch, ਕੰਟੈਕਟ ਕੀਤਾ ਹੈ ਉਹਨਾਂ ਨੇ with each other and have no charge, ਔਰ ਆਲ ਕਹਿ ਸਕਦੇ ਹਾਂ ਨਿਊਟਰਲ ਹੈਗੇ ਆ। ਹੁਣ ਅਸੀਂ ਕੀ ਕਰ ਰਹੇ ਹਾਂ, let us bring a positively charged rod near A। the free electron in sphere A get attracted by positive charge on the rod, this leaves excess positive charge on the sphere B। the left side of sphere A has excess of electron and right side of sphere B has excess of positive charge। देखो जिद्दां ही असी ਇਹ ਕਰਸਰ ਸਮਝ ਲਓ, ਇਹ ਜਿੱਦਾਂ ਇਹਦੇ ਕੋਲ ਲੈ ਕੇ ਆਏ ਪਿਥ ਬॉल, ਇਹ ਕਿਉਂਕਿ ਪੋਜ਼ਿਟਿਵ ਚਾਰਜ ਹੈ। ਹੁਣ ਇਹਦੇ 'ਚ ਜਿਹੜਾ ਸਫੇਅਰ A, ਕਿਉਂਕਿ ਇਹ ਇਹਦੇ ਕੋਲ ਹੈ,
ਇਹਦੇ ਕਾਰਨ ਕੀ ਹੋਏਗਾ, ਜੇ ਜਿਹੜੇ ਇਲੈਕਟ੍ਰੋਨ ਨੇ ਉਹ ਇਹਦੇ ਕੋਲ ਆने ਦੀ ਕੋਸ਼ਿਸ਼ ਕਰਨਗੇ, ਕਿਉਂਕਿ ਅਟਰੈਕਟ ਕਰਦੇ ਨੇ, ਅਨਲਾਈਕ ਚਾਰਜ ਪੋਜ਼ਿਟਿਵ ਨੈਗੇਟਿਵ ਨੇ ਅਟਰੈਕਟ ਕਰਨਾ ਹੈ ਇੱਕ ਦੂਜੇ ਨੂੰ, ਤੇ ਉਹਨਾਂ ਨੇ ਕੋਲ ਆਉਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਇਹ ਇੱਥੇ ਆ ਗਏ, ਹੁਣ ਇਸ ਦੇ ਕਾਰਨ ਕਿਉਂਕਿ ਇਲੈਕਟ੍ਰੋਨ ਇੱਥੇ ਸ਼ਿਫਟ ਹੋਏ ਤੇ ਇਹ ਦੋਨੋਂ ਕੰਟੈਕਟ 'ਚ ਹੈਗੇ, ਇਹਦਾ ਮਤਲਬ ਕੀ ਹੈ, ਇਹਨਾਂ ਨੂੰ ਸਮਝੋ ਜੇ ਕੰਟੈਕਟ 'ਚ ਹੈਗੇ ਇਹਨਾਂ ਨੇ ਤਾਂ ਇਦਾਂ ਬਿਹੇਵ ਕਰਨਾ, ਕਿਉਂਕਿ ਕੰਡਕਟਿਵ ਮਟੀਰੀਅਲ ਹੈ, ਕਿ ਜਿੱਦਾਂ ਇਹ ਦੋਨੋਂ ਇੱਕੋ ਹੀ ਹੈਗੇ ਆ, ਇੱਕ ਹੀ ਮਟੀਰੀਅਲ ਹੈ। ਤੇ ਇਲੈਕਟ੍ਰੋਨ ਜਦੋਂ ਇੱਥੇ ਆਣਗੇ, ਹੁਣ ਆਏ ਕਿੱਥੋਂ, ਇੱਥੋਂ ਹੀ ਆਏ ਹੋਣੇ ਆ, ਤੇ ਇਹਦੇ ਕਾਰਨ ਕੀ ਹੋਏਗਾ, ਇੱਥੇ ਪੋਜ਼ਿਟਿਵ ਚਾਰਜ ਜ਼ਿਆਦਾ ਰਹਿ ਜਾਏਗਾ ਇਸ ਸਾਈਡ ਬੀ ਦੀ ਰਾਈਟ ਸਾਈਡ, ਤੇ ਇਹਦੇ ਲੈਫਟ ਸਾਈਡ ਕੀ ਹੈਗਾ, ਇਲੈਕਟ੍ਰੋਨਸ ਜ਼ਿਆਦਾ ਹੋ ਜਾਣਗੇ, ਜਾਂ ਕੀ ਕਹਿ ਸਕਦੇ ਨੇ, ਸਫੇਅਰ ਏ ਦੇ ਲੈਫਟ ਸਾਈਡ ਐਕਸੈਸ ਇਲੈਕਟ੍ਰੋਨ ਦੀ ਹੈ, ਤੇ ਬੀ ਦੀ ਰਾਈਟ ਸਾਈਡ ਕੀ ਹੈਗਾ, ਡੈਫੀਸ਼ੀਐਂਸੀ ਆਫ ਇਲੈਕਟ੍ਰੋਨ ਹੈ, ਜਾਂ ਕਹਿ ਸਕਦੇ ਨੇ ਐਕਸੈਸ ਆਫ ਪੋਜ਼ਿਟਿਵ ਚਾਰਜ ਹੈਗਾ। ਹੁਣ ਦੇਖੋ, we observed that even we have not touched the pith balls, the charges are getting accumulated मतलब ਇਕੱਠਾ ਹੋ ਜਾਣਾ on the surface of A and B. This is called induction of charge. ਅਸੀਂ ਵੇਖ ਰਹੇ ਹਾਂ ਲਾਸਟ ਪਹਿਲੇ ਐਗਜ਼ਾਮਪਲ 'ਚ ਕੀ ਕੀਤਾ ਸੀ, ਅਸੀਂ ਦੋ ਕੰਡਕਟਿੰਗ ਰੋਡਾਂ ਨੂੰ, ਇੱਕ 'ਚ ਚਾਰਜ ਹੈਗਾ ਇੱਕ 'ਚ ਨਹੀਂ ਹੈਗਾ, ਉਹਨਾਂ ਨੂੰ ਕੰਟੈਕਟ ਕੀਤਾ, ਉਹ ਤਾਂ ਕੰਟੈਕਟ ਬਣਾਇਆ, ਪਰ ਇੱਥੇ ਅਸੀਂ ਇਹਨਾਂ ਨੂੰ ਸਿਰਫ ਕੋਲ ਲੈ ਕੇ ਆਏ, ਇਸ ਚੀਜ਼ ਨੂੰ ਸਿਰਫ ਕੋਲ ਲੈ ਕੇ ਆਏ, ਤੇ ਇਹਦੇ ਕਾਰਨ ਕੀ ਹੋਇਆ, ਇੱਥੇ ਚਾਰਜਿੰਗ ਹੋਣੀ ਸ਼ੁਰੂ ਹੋ ਗਈ। ਹੁਣ ਇਹ ਚਾਰਜਿੰਗ ਕਿਉਂ ਆਈ, ਇਸੇ ਕਨਸੈਪਟ ਨੂੰ ਕਹਿ ਰਹੇ ਨੇ ਅਸੀਂ ਕਿ ਅਸੀਂ ਚਾਰਜ ਇੰਡਿਊਸ ਕਰ ਦਿੱਤਾ ਜਾਂ ਇੰਡਕਸ਼ਨ ਹੋ ਗਈ। ਹੁਣ ਅੱਗੇ ਕੀ ਕਰ ਸਕਦੇ ਹਾਂ, ਦੇਖੋ, if we remove the rod the pith balls will go back to their neutral state। ਕਹਿੰਦੇ ਵੀ ਇਸੇ ਜਗ੍ਹਾ ਤੁਸੀਂ ਅਗਰ ਇਸ ਰੋਡ ਨੂੰ ਪਿੱਛੇ ਲੈ ਜਾਓ, ਕੀ ਹੋ ਜਾਏਗਾ, ਫਿਰ ਦੁਬਾਰਾ ਜਿੱਦਾਂ ਦੇ ਸੀਗੇ, ਯਾਨੀ ਕਿ ਫਿਗਰ A ਤੇ ਪਹੁੰਚ ਜਾਣਗੇ, ਦੁਬਾਰਾ ਨਿਊਟਰਲ ਹੋ ਜਾਣਗੇ, ਕਿਉਂਕਿ ਡਿਸਟ੍ਰੀਬਿਊਸ਼ਨ ਆਪੇ ਹੀ ਉਹਨਾਂ ਨੇ ਐਡਜਸਟ ਕਰ ਲੈਣੀ ਹੈ। ਜਦੋਂ ਪੋਜ਼ਿਟਿਵ ਆਇਆ ਤਾਂ ਹੀ ਉਹਨਾਂ ਨੇ ਆਪਣੀ ਡਿਸਟ੍ਰੀਬਿਊਸ਼ਨ ਚੇਂਜ ਕੀਤੀ ਸੀ, ਇਸ ਪੋਜ਼ਿਟਿਵ ਨੂੰ ਅਟਰੈਕਟ ਕਰਨ ਵਾਸਤੇ ਇਲੈਕਟ੍ਰੋਨਸ ਨੇ, ਉਹਦੇ ਹਿਸਾਬ ਨਾਲ ਹੀ ਇੱਥੇ ਪੋਜ਼ਿਟਿਵ ਚਾਰਜ ਹੋ ਗਿਆ। ਹੁਣ ਇਹ ਤਾਂ ਕੰਮ ਕਰਨਾ ਨਹੀਂ, ਅਸੀਂ ਹਾਲੇ ਤੱਕ ਇਹਨੂੰ ਸਾਈਡ 'ਚ ਨਹੀਂ ਲੈ ਕੇ ਜਾਣਾ। ਹੁਣ ਅਸੀਂ ਕੀ ਕਰ ਰਹੇ ਹਾਂ, ਹੌਲੀ ਹੌਲੀ ਇਹਨਾਂ ਦਾ ਥੋੜਾ ਜਿਹਾ ਗੈਪ ਬਣਾਤਾ, ਯਾਨੀ ਕਿ ਪਹਿਲੇ ਟੱਚ ਹੈਗੇ ਹੀ, ਹੁਣ ਫਿਗਰ ਸੀ 'ਚ ਵੇਖੋ ਥੋੜਾ ਜਿਹਾ ਗੈਪ ਬਣਾਤਾ। ਅੱਗੇ ਪੜ੍ਹਦੇ ਹਾਂ, ਫਿਗਰ ਸੀ ਦੇਖ ਰਹੇ ਹਾਂ, separate the sphere by a small distance keeping the rod near to the surface A, both spheres will have an opposite charges and will attract each other। ਹੁਣ ਅਸੀਂ ਕੀ ਕੀਤਾ, ਇਸ ਨੂੰ ਕੋਲ ਹੀ ਰੱਖਿਆ ਤੇ ਦੋਨੋਂ ਨੂੰ ਸੈਪਰੇਟ ਕਰਤਾ। ਹੁਣ ਇੱਥੇ ਨੈਗੇਟਿਵ ਚਾਰਜ ਜ਼ਿਆਦਾ ਰਹਿ ਜਾਏਗਾ ਸਫੇਅਰ 'ਚ, ਕਿਉਂਕਿ ਲੈਫਟ ਸਾਈਡ ਸੀਗਾ ਨਾ, ਤੇ ਇਹਦੇ ਕਾਰਨ ਇੱਥੇ ਨੈਗੇਟਿਵ ਚਾਰਜ ਜ਼ਿਆਦਾ ਰਹਿ ਜਾਣਾ, ਤੇ ਇੱਥੇ ਉਨਾ ਹੀ ਪੋਜ਼ਿਟਿਵ ਚਾਰਜ ਇਸ ਸਾਈਡ ਹੋ ਜਾਣਾ ਇਕੁਅਲ, ਐਂਡ ਬਟ ਕੀ ਕੇਸ ਹੋ ਗਿਆ, ਦੋਨਾਂ 'ਚ ਅਪੋਜ਼ਿਟ ਚਾਰਜ ਹੋ ਜਾਣਾ। ਅਪੋਜ਼ਿਟ ਚਾਰਜ ਕੀ ਕਰਦੇ ਨੇ, ਇੱਕ ਦੂਜੇ ਨੂੰ ਅਟਰੈਕਟ ਕਰਦੇ ਨੇ। ਹੁਣ ਨੈਕਸਟ ਫਿਗਰ 'ਚ ਅਸੀਂ ਕੀ ਕਰਨਾ, ਇਹ ਰੋਡ ਜਿਹੜੀ ਹੈ ਇਹਨੂੰ ਹਟਾ ਲੈਣਾ ਹੈ। ਦੀ ਰਿਮੂਵ ਦ ਰੋਡ ਦ ਚਾਰਜਿਸ ਔਨ ਸਫੇਅਰ ਵਿਲ ਰੀਅਰੇਂਜ ਦੈਮਸੈਲਵ। ਜਦੋਂ ਹੀ ਅਸੀਂ ਰੋਡ ਹਟਾਵਾਂਗੇ ਤਾਂ ਇਹ ਵੇਖੋ ਇਹਨਾਂ ਦੋਨਾਂ ਫਿਗਰਾਂ 'ਚ ਕੀ ਫਰਕ ਹੈ, ਇੱਦਾਂ ਸੀਗੇ ਪਹਿਲੇ ਇਲੈਕਟ੍ਰੋਨ ਲੈਫਟ ਸਾਈਡ A ਦੇ ਤੇ ਰਾਈਟ ਸਾਈਡ B ਦੇ, ਹੁਣ ਕੀ ਹੋ ਗਿਆ, ਦੋਨੋਂ ਆਪਣੇ ਕੋਲ ਆ ਗਏ, ਕਿਉਂਕਿ ਨੈਗੇਟਿਵ ਪੋਜ਼ਿਟਿਵ ਅਟਰੈਕਟ ਕਰਦਾ ਹੈ, ਇਹ ਰੋਡ ਤਾਂ ਹੈਗੀ ਨਹੀਂ ਹੈ, ਤਾਂ ਕਰਕੇ ਇਹਨਾਂ ਨੇ ਫਿਰ ਆਪਣੇ ਆਪ ਨੂੰ ਰੀਡਿਸਟਰੀਬਿਊਟ, ਯਾਨੀ ਕਿ ਆਪਣੀ ਡਿਸਟਰੀਬਿਊਸ਼ਨ ਚੇਂਜ ਹੋ ਰਹੀ ਹੈ, ਇਲੈਕਟ੍ਰੋਨ ਜਿਹੜੇ ਮੂਵ ਕਰ ਰਹੇ ਨੇ, ਉਹਦੇ ਕਾਰਨ ਇਹਨਾਂ ਦੀ ਚਾਰਜ ਡਿਸਟਰੀਬਿਊਸ਼ਨ ਹੈ ਉਹ ਸਫੇਅਰ 'ਚ ਅਲੱਗ ਹੋ ਰਹੀ ਹੈ। ਹੁਣ ਜੇ ਅਸੀਂ ਇਹਨਾਂ ਨੂੰ ਬਹੁਤ ਦੂਰ ਕਰ ਦਈਏ, ਯਾਨੀ ਕਿ ਇੰਨਾ ਦੂਰ ਕਰ ਦਈਏ ਕਿ ਇਹਨਾਂ ਚਾਰਜਾਂ 'ਚ ਕੋਈ ਅਟਰੈਕਸ਼ਨ ਨਾ ਰਹੇ, ਤਾਂ ਇਹਨਾਂ ਨੇ ਈਵਨਲੀ ਡਿਸਟਰੀਬਿਊਟ ਹੋ ਜਾਣਾ ਹੈ, ਇਹ ਪੂਰਾ ਨੈਗੇਟਿਵ ਚਾਰਜ ਹੋਣਾ ਜਾਣਾ ਹੈ, ਇਹ ਪੂਰਾ ਪੋਜ਼ਿਟਿਵ ਚਾਰਜ ਹੋਣਾ, ਜਿਹੜਾ ਫਿਗਰ E 'ਚ ਦਿੱਤਾ ਹੈ। Separate the pith ball by greater distance and charges will be uniformly distributed in absence of any attracting force। ਤਾਂ ਅਸੀਂ ਕਹਿ ਸਕਦੇ ਹਾਂ, so in doing the experiment we have charged both spheres। ਅਸੀਂ ਕੀ ਕੀਤਾ, ਇਸ ਐਕਸਪੈਰੀਮੈਂਟ 'ਚ ਇੱਕ ਰੋਡ ਲਈ ਸੀ ਸਿਰਫ ਪੋਜ਼ਿਟਿਵ ਚਾਰਜ ਦੀ, ਅਸੀਂ ਉਹਦੇ ਨਾਲ ਪਿਥ ਬਾਲ ਨੂੰ ਟੱਚ ਵੀ ਨਹੀਂ ਕੀਤਾ ਤੇ ਕੋਈ ਚਾਰਜ ਲੂਜ਼ ਵੀ ਨਹੀਂ ਕੀਤਾ। ਵਿਦਾਊਟ ਲੂਜ਼ਿੰਗ ਐਨੀ ਚਾਰਜ ਔਰ ਵਿਦਾਊਟ ਟਚਿੰਗ ਅਸੀਂ ਕੀ ਕੀਤਾ, ਇਹਨਾਂ ਦੋਵਾਂ ਪਿਥ ਬਾਲ ਨੂੰ ਚਾਰਜ ਕੀਤਾ ਇਕੁਅਲੈਂਟ ਐਂਡ ਅਪੋਜ਼ਿਟ ਚਾਰਜ ਕਰ ਦਿੱਤਾ। ਤੇ ਇਹ ਇਸ ਪ੍ਰੋਸੈਸ ਨੂੰ, ਫਿਨੋਮੇਨਾ ਨੂੰ, ਇਸ ਨੂੰ ਕੀ ਕਹਿੰਦੇ ਨੇ, ਅਸੀਂ ਚਾਰਜਿੰਗ ਕੀਤੀ ਕਿਆ ਕੰਟੈਕਟ ਦੇ ਨਾਲ, ਨਹੀਂ, ਚਾਰਜਿੰਗ ਕੀਤੀ ਬਾਏ ਇੰਡਕਸ਼ਨ। ਇਨ ਕੇਸ ਆਫ ਨॉन ਕੰਡਕਟਰ ਵੀ ਇੱਦਾਂ ਹੀ ਹੋਣਾ ਹੈ, ਪਰ ਉਹਦੇ 'ਚ ਕੀ ਹੋਣਾ ਹੈ, ਜਿਵੇਂ ਸਪੋਜ਼ ਕਰੋ ਇਹ ਕਾਗਜ਼ ਦਾ ਪੀਸ ਹੈ, ਹੁਣ ਇਹਦੇ ਜਿਹੜੇ ਐਟਮ ਹੈ ਮੈਂ ਸਾਈਡ ਵਾਲੇ ਲੈ ਰਿਹਾ, ਇੱਧਰ ਜਿਹੜੇ ਸਰਫੇਸ ਤੇ ਹੈਗੇ ਆ, ਠੀਕ ਹੈ, ਔਰ ਇੱਥੇ ਅਸੀਂ ਕੀ ਰੱਖਿਆ ਹੈ, ਸਪੋਜ਼ ਕਰੋ ਪੋਜ਼ਿਟਿਵ ਚਾਰਜ ਇੱਕ ਕੰਡਕਟਰ ਹੈ। ਹੁਣ ਸਾਨੂੰ ਪਤਾ ਹੈ ਇਹ ਜਿਹੜੇ ਚਾਰजेस ਹੈ ਇਹ ਫਰੀਲੀ ਮੂਵ ਤਾਂ ਨਹੀਂ ਕਰ ਸਕਦੇ, ਨॉन ਕੰਡਕਟਰ ਹੈ ਨਾ, ਪੈਸੇਜ ਆਫ ਇਲੈਕਟ੍ਰੋਨ ਈਜ਼ੀ ਨਹੀਂ ਹੈਗੀ ਹੈ, ਬਟ ਇਹਦੇ ਕਾਰਨ ਕੀ ਹੁੰਦਾ, ਇਹਦੀ ਪੋਲੈਰਿਟੀ ਦੇ ਕਾਰਨ ਕੀ ਹੋਣਾ, ਇਹਨਾਂ ਦੇ ਜਿਹੜੇ ਇਲੈਕਟ੍ਰੋਨ ਪਹਿਲੇ ਇੱਧਰ ਸੀਗਾ, ਇਸ ਐਟਮ ਦੀ ਗੱਲ ਕਰ ਰਹੇ ਹਾਂ, ਇਹਨਾਂ ਨੇ ਜਿਹੜਾ ਹੋਣਾ ਥੋੜਾ ਜਿਹਾ ਇੱਦਾਂ ਪੋਲੈਰਿਟੀ ਹੋ ਜਾਣੀ ਇਹਨਾਂ ਦੀ,
ਨੈਗੇਟਿਵ ਚਾਰਜ ਨੇ ਇੱਧਰ ਜਾਣ ਦੀ ਕੋਸ਼ਿਸ਼ ਕਰਨੀ ਹੈ ਤੇ ਪੋਜ਼ਿਟਿਵ ਚਾਰਜ ਨੇ ਇਹਦੇ ਤੋਂ ਦੂਰ ਜਾਣਾ ਸ਼ੁਰੂ ਦੀ ਟਰਾਈ ਕਰਨੀ ਹੈ। ਨੈਗੇਟਿਵ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ, ਜਸਟ ਉਹਨਾਂ ਦੀ ਜਿਹੜਾ ਇੱਕ ਕਹਿ ਸਕਦੇ ਹੋ ਤੁਸੀਂ ਸ਼ੇਪ ਚੇਂਜ ਹੋ ਰਹੀ ਹੈ ਐਟਮ ਦੀ, ਤੇ ਉਹਦੇ ਕਾਰਨ ਕੀ ਹੋ ਰਿਹਾ, ਉਹਦੇ 'ਚ ਇਲੈਕਟ੍ਰੋਨ ਫਰੀਲੀ ਤਾਂ ਨਹੀਂ ਛੱਡ ਸਕਦੇ ਨੋਨ ਕੰਡਕਟਰ 'ਚ, ਬਟ ਸਰਫੇਸ ਦੇ ਜਿਹੜੇ ਇਲੈਕਟ੍ਰੋਨ ਨੇ ਉਹ ਕੋਲ ਆਉਣਾ ਚਾਹ ਰਹੇ ਨੇ ਪੋਜ਼ਿਟਿਵ ਚਾਰਜ ਦੇ, ਕਿਉਂਕਿ ਪੋਜ਼ਿਟਿਵ ਚਾਰਜ ਲੈ ਕੇ ਆਏ ਹੋ ਕੰਡਕਟਰ ਤੁਸੀਂ, ਤੇ ਪੋਜ਼ਿਟਿਵ ਚਾਰਜ ਜਿਹੜਾ ਹੈਗਾ ਉਹ ਦੂਰ ਜਾਣਾ ਸ਼ੁਰੂ ਕਰ ਦੇਗਾ, ਕਿਉਂਕਿ ਪੋਜ਼ਿਟਿਵ ਚਾਰਜ ਇੱਕ ਦੂਜੇ ਨੂੰ ਰਿਪੈਲ ਕਰਦੇ ਨੇ। ਬਟ ਸਾਨੂੰ ਚਾਰਜਿੰਗ ਤਾਂ ਫਿਰ ਵੀ ਮਿਲ ਜਾਣੀ ਹੈ, ਯਾਨੀ ਕਿ ਸਾਨੂੰ ਜੋ ਚਾਰਜ ਹੈ ਉਹ ਨੈਗੇਟਿਵ ਤਾਂ ਇੰਡਿਊਸ ਨੋਨ ਕੰਡਕਟਰ 'ਚ ਵੀ ਹੋ ਜਾਣਾ ਹੈ ਸੇਮ ਹੀ ਪ੍ਰੋਸੈਸ ਨਾਲ। ਹੁਣ ਤੁਹਾਨੂੰ ਹੋਮਵਰਕ ਦੇ ਰਹੇ ਹਾਂ, ਤੁਸੀਂ ਇਹ ਲਿਖਣਾ ਹੈ ਕਿ ਤੁਸੀਂ ਇੱਕ ਮੈਟਲ ਸਫੇਅਰ ਨੂੰ ਨੈਗੇਟਿਵਲੀ ਚਾਰਜ ਕਰਨਾ ਹੈ ਬਟ ਟੱਚ ਨਹੀਂ ਕਰਨਾ, ਤਾਂ ਉਹਦੇ ਵਾਸਤੇ ਕੀ ਪ੍ਰੋਸੈਸ ਕਰੋਗੇ, ਸਿਰਫ ਨੈਗੇਟਿਵ ਚਾਰਜ ਹੋਣਾ ਚਾਹੀਦਾ ਉਹਦੇ 'ਚ, ਤੇ 2 ਪਿੱਥ ਬਾਲ ਨਹੀਂ ਲੈਣੇ, ਇੱਕੋ ਪਿੱਥ ਬਾਲ ਲੈਣਾ ਹੈ, ਤਾਂ ਉਹ ਕਿੱਦਾਂ ਕਰੋਗੇ, ਇਹ ਤੁਹਾਡੀ ਬੁੱਕ 'ਚ ਵੀ ਦਿੱਤਾ ਹੋਇਆ ਐਗਜ਼ਾਮਪਲ, ਤੁਸੀਂ ਆਪਣੇ ਆਪ ਕਰ ਸਕਦੇ ਹੋ ਇਸ ਨੂੰ, ਬੜਾ ਈਜ਼ੀ ਕੁਐਸਚਨ ਹੈ। ਹੁਣ ਦੇਖੋ ਨੈਕਸਟ, ਬੇਸਿਕ ਪ੍ਰੋਪਰਟੀ ਆਫ ਇਲੈਕਟ੍ਰਿਕ ਚਾਰਜਸ। ਹੁਣ ਅਸੀਂ ਚਾਰਜਸ ਬਾਰੇ ਥੋੜਾ ਜਿਹਾ ਜਾਣ ਰਹੇ ਹਾਂ ਤੇ ਕੁਝ ਉਹਨਾਂ ਦੀ ਪ੍ਰੋਪਰਟੀ ਵੀ ਜਾਣ ਲਈਏ ਜਿਹਦੇ ਕਾਰਨ ਸਾਨੂੰ ਫਿਊਚਰ 'ਚ ਹੈਲਪ ਹੋਵੇ। ਪਹਿਲੀ ਪ੍ਰੋਪਰਟੀ ਇਹਨਾਂ ਨੇ ਇੰਪੋਰਟੈਂਟ ਦਿੱਤੀ ਹੈ ਐਡੀਟਿਵਿਟੀ ਆਫ ਦ ਚਾਰਜਸ, ਯਾਨੀ ਕਿ ਚਾਰਜਸ ਨੂੰ ਐਡ ਕਰ ਸਕਦੇ ਹਾਂ, ਐਡੀਸ਼ਨ ਹੋ ਸਕਦੀ ਹੈ। ਜਿਵੇਂ ਕਿਸੇ ਵੀ ਮਾਸ ਨੂੰ 2 ਕਿਲੋਗ੍ਰਾਮ ਪਲੱਸ 3 ਕਿਲੋਗ੍ਰਾਮ ਕੀ ਹੁੰਦਾ ਹੈ 5 ਕਿਲੋਗ੍ਰਾਮ, ਉਸੇ ਤਰ੍ਹਾਂ ਤੁਸੀਂ ਚਾਰਜਸ ਨੂੰ ਵੀ ਐਡ ਕਰ ਸਕਦੇ ਹੋ। ਇਹ ਇੱਕ ਪ੍ਰੋਪਰਟੀ ਹੈ, ਇਹ ਅਸੀਂ ਯੂਜ਼ ਕਰ ਸਕਦੇ ਹਾਂ ਜਦੋਂ ਅਸੀਂ ਚਾਰਜਸ ਨਾਲ ਡੀਲ ਕਰੀਏ। If a system have different charges, total charges on the system can be calculated by simply adding them algebraically। ਜਿੱਦਾਂ algebra 'ਚ ਅਸੀਂ ਕਰਦੇ ਨੇ 1+2, ਉੱਦਾਂ ਹੀ ਅਸੀਂ ਐਡ ਕਰ ਸਕਦੇ ਹਾਂ। ਅੱਗੇ ਐਕਸਪਲੇਨ ਕੀਤਾ ਹੈ, if a system have two charges Q1 and Q2, the total charges of the system will be Q1 plus Q2। ਜੇ 2 ਚਾਰजेस ਹੈਗੇ Q1 ਤੇ Q2 ਤੇ ਟੋਟਲ ਚਾਰਜ ਕਿੰਨਾ ਹੋਇਆ ਕੋਈ ਪੁੱਛੇ ਤਾਂ ਅਸੀਂ ਐਡ ਕਰ ਸਕਦੇ ਹਾਂ Q1 plus Q2। ਬਟ ਇੱਕ ਚੀਜ਼ ਦਾ ਧਿਆਨ ਰੱਖਣਾ ਹੈ, please note that proper signs should be used while adding charges, ਕਿਉਂਕਿ ਮਾਸਿਸ 'ਚ ਕੋਈ ਨੈਗੇਟਿਵ ਮਾਸ ਨਹੀਂ ਆਉਂਦਾ ਸੀ, ਅਸੀਂ 2 ਕਿਲੋਗ੍ਰਾਮ ਪਲੱਸ -3 ਕਿਲੋਗ੍ਰਾਮ ਕਦੇ ਨਹੀਂ ਲਿਖਿਆ, ਬਟ ਕਿਉਂਕਿ ਇੱਥੇ ਪ੍ਰੋਟੋਨ ਵੀ ਹੈਗਾ ਇਲੈਕਟ੍ਰੋਨ ਵੀ ਹੈਗਾ, ਤੇ ਇਹ ਹੋ ਸਕਦਾ ਹੈ ਕਿ ਜੇ ਅਸੀਂ 2 - 3 ਵੀ ਸਾਡੇ ਕੋਲ ਕੁਐਸਚਨ ਆਵੇ ਤਾਂ ਅਸੀਂ ਕਹੇ -1 ਜਿਹੜਾ ਹੈਗਾ ਉਹ ਨੈਟ ਚਾਰਜ ਹੈਗਾ। ਸੋ ਅਸੀਂ ਕਹਿ ਸਕਦੇ ਹਾਂ ਅਸੀਂ ਚਾਰਜਸ ਨੂੰ ਇੱਕ ਸਕੇਲਰ ਦੀ ਤਰ੍ਹਾਂ ਯੂਜ਼ ਕਰਦੇ ਹਾਂ, ਕਿਹਦੀ ਕੋਈ ਡਾਇਰੈਕਸ਼ਨ ਨਹੀਂ ਹੈਗੀ, ਸਕੇਲਰ ਵੈਲਿਊ ਹੈਗੀ ਹੈ ਜਿੱਦਾਂ ਮਾਸ ਹੁੰਦਾ ਹੈ, ਬਟ ਇਹ ਧਿਆਨ ਰੱਖਣਾ ਹੈ ਕਿ ਇਹਨਾਂ ਦਾ ਕੁਝ ਸਾਈਨ ਵੀ ਹੁੰਦਾ ਹੈ। ਫੋਰ ਐਗਜ਼ਾਮਪਲ ਇੱਥੇ ਕੁਝ ਐਕਸਰਸਾਈਜ਼ ਕਰ ਲੈਂਦੇ ਨੇ, ਜਿਵੇਂ 2 + 3, ਇਹ ਦੋਨੋਂ ਪੋਜ਼ਿਟਿਵ ਚਾਰਜ ਹੈ, ਟੋਟਲ ਚਾਰਜ ਕਿੰਨਾ ਹੋ ਜਾਏਗਾ ਸਿਸਟਮ 'ਚ ਅਸੀਂ ਕਹਾਂਗੇ 5, ਯਾਨੀ ਕਿ ਅਸੀਂ ਐਡੀਟਿਵ ਪ੍ਰੋਪਰਟੀ ਯੂਜ਼ ਕਰ ਰਹੇ ਹਾਂ, ਇਹ ਬੇਸਿਕ ਪ੍ਰੋਪਰਟੀ ਹੈ ਚਾਰਜ ਦੀ। ਹੁਣ ਦੇਖੋ 2 - 3, ਇੱਥੇ ਕੀ ਹੈ, ਇਹ ਨੈਗੇਟਿਵ ਚਾਰਜ ਹੈ -3 ਔਰ 2, ਇਹਨਾਂ ਨੂੰ ਵੀ ਐਡ ਕਰੀਏ ਤਾਂ ਕੀ ਆਏਗਾ ਆਨਸਰ -1। ਤੇ ਸਾਈਨ ਦਾ ਸਾਨੂੰ ਬਸ ਧਿਆਨ ਰੱਖਣਾ ਹੈ, ਬਾਕੀ ਜਿਵੇਂ ਮਾਸ ਕਰਦੇ ਹਾਂ ਸਿੰਪਲ ਐਡੀਸ਼ਨ ਅਸੀਂ ਕਰ ਸਕਦੇ ਹਾਂ। ਸੈਕੰਡ ਪ੍ਰੋਪਰਟੀ ਵੇਖੋ, ਸੈਕੰਡ ਪ੍ਰੋਪਰਟੀ ਦੇਖੋ, ਚਾਰਜ ਇਜ਼ ਕੰਜ਼ਰਵਡ। ਚਾਰਜ ਇਜ਼ ਕੰਜ਼ਰਵਡ ਦਾ ਮਤਲਬ ਕਿਆ ਹੈ, ਚਾਰਜ ਨਾ ਤਾਂ ਕ੍ਰੀਏਟ ਹੋ ਸਕਦਾ ਹੈ ਨਾ ਡਿਸਟਰੋਏ ਹੋ ਸਕਦਾ ਹੈ, ਅਸੀਂ ਸਿਰਫ ਇਹਨੂੰ ਡਿਸਟਰੀਬਿਊਟ ਕਰ ਸਕਦੇ ਹਾਂ, ਇਸ ਨੂੰ ਟ੍ਰਾਂਸਫਰ ਕਰ ਸਕਦੇ ਹਾਂ, ਬਟ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਚਾਰਜ ਬਣਾ ਦਿੱਤਾ, ਨਵਾਂ ਚਾਰਜ ਬਣਾ ਦਿੱਤਾ, ਇਦਾਂ ਦੀ ਗੱਲ ਨਹੀਂ ਕਰ ਸਕਦੇ ਅਸੀਂ। if some material has gained electron, some material surely have lost ਇਲੈਕਟ੍ਰੋਨਸ, ਯਾਨੀ ਕਿ ਕੁਝ ਮਟੀਰੀਅਲ ਨੇ ਜੇ ਇਲੈਕਟ੍ਰੋਨ ਗੇਨ ਕੀਤੇ ਆ, ਇਹ ਤਾਂ ਕਿੱਥੋਂ ਕਿਤੇ ਹੀ ਹੋਣੇ ਆ, ਯਾਨੀ ਕਿ ਕਿਸੇ ਮਟੀਰੀਅਲ ਨੇ ਲੂਜ਼ ਕੀਤੇ ਆ, ਤਾਂ ਕਰਕੇ ਤੁਸੀਂ ਗੇਨ ਕੀਤੇ ਹੋ। ਤੁਸੀਂ ਕ੍ਰੀਏਟ ਨਹੀਂ ਕਰ ਸਕਦੇ ਕਿ ਆਪਣੇ ਆਪ ਇੱਕ ਮਟੀਰੀਅਲ ਹੋਵੇ ਤੇ ਉਹਦੇ 'ਚ ਆਪਣੇ ਆਪ ਜਾਦੂ ਨਾਲ ਨੈਗੇਟਿਵ ਇਲੈਕਟ੍ਰੋਨ ਆ ਜਾਣ, ਜਾਂ ਉਹ ਆਟੋਮੈਟਿਕਲੀ ਖੁਦ ਬ ਖੁਦ ਕੀ ਹੋ ਜਾਏ ਪੋਜ਼ਿਟਿਵ ਹੋ ਜਾਏ, ਇਦਾਂ ਨਹੀਂ ਹੁੰਦਾ, ਕਿੱਥੋਂ ਚਾਰਜ ਆਏਗਾ ਹੀ, ਬਟ ਨੈਟ ਸਿਸਟਮ ਜਿਹੜਾ ਹੈਗਾ ਉਹਦਾ ਚਾਰਜਿੰਗ ਜਿਹੜੀ ਹੈਗੀ ਉਹ ਸੇਮ ਹੀ ਰਹਿਣੀ ਹੈ। ਇਨ ਅ ਸਿਸਟਮ ਆਫ ਡਿਫਰੈਂਟ ਬੋਡੀਜ਼ ਇੰਟਰੈਕਟਿੰਗ the charges can be redistributed, but total charge of the isolated system will always remain the same or conserved। ਇਹ ਕਹਿ ਰਿਹਾ ਹੈ ਕਿ ਅਗਰ ਡਿਫਰੈਂਟ ਬੋਡੀਜ਼ ਇੰਟਰੈਕਟ ਕਰ ਰਹੀ ਹੋ ਇੱਕ ਦੂਜੇ ਨਾਲ, ਯਾਨੀ ਕਿ ਇੱਕ ਕੰਡਕਟਰ ਹੈ ਦੂਜਾ ਕੰਡਕਟਰ ਉਹਨਾਂ ਨਾਲ ਟੱਚ ਹੋ ਰਿਹਾ, ਤੀਜਾ ਕੰਡਕਟਰ ਟੱਚ ਹੋ ਰਿਹਾ, ਕਿ ਇਹ ਹੋ ਸਕਦਾ ਵੀ ਚਾਰਜ ਡਿਸਟਰੀਬਿਊਟ ਹੋ ਜਾਏ, ਯਾਨੀ ਕਿ ਡਿਫਰੈਂਟ ਜਗ੍ਹਾ ਡਿਫਰੈਂਟ ਅਮਾਊਂਟ ਚਲ ਜਾਏ, ਬਟ ਤੁਸੀਂ ਟੋਟਲ ਲਗਾਓਗੇ ਤਾਂ ਉਹ ਸੇਮ ਹੀ ਰਹਿਣਾ ਹੈ, ਉਹ ਕੰਜ਼ਰਵ ਹੀ ਰਹਿਣਾ ਹੈ। ਕੰਜ਼ਰਵ ਦਾ ਦੂਸਰਾ ਵਰਡ ਲੈ ਸਕਦੇ ਹਾਂ ਅਸੀਂ, ਸੇਮ ਰਹੇਗਾ, ਚਾਰਜ ਚੇਂਜ ਨਹੀਂ ਹੋ ਜਾਏਗਾ, ਕ੍ਰੀਏਟ ਨਹੀਂ ਹੋ ਜਾਏਗਾ, ਆਪੇ ਆਪ ਨਹੀਂ ਆ ਜਾਏਗਾ, ਜਿੰਨਾ ਪਹਿਲਾਂ ਸੀਗਾ ਉਨਾ ਹੀ ਸੀਗਾ, ਉਨਾ ਹੀ ਬਲਾਸਟ ਜਾਏਗਾ। ਹੁਣ ਅੱਗੇ ਆਉਂਦਾ ਹੈ ਕੁਆਂਟਾਈਜੇਸ਼ਨ ਆਫ ਚਾਰਜ। ਕੁਆਂਟਾਈਜੇਸ਼ਨ ਵਰਡ ਦਾ ਮਤਲਬ ਕੀ ਹੈਗਾ, ਇੱਕ ਮਿਨੀਮਮ ਵੈਲਿਊ ਦਾ ਹੀ ਇੱਕ ਸਟੈਪ ਹੋਣਾ ਹੈ। ਮੈਂ ਇੱਕ ਐਗਜ਼ਾਮਪਲ ਨਾਲ ਸਮਝਾਉਂਦਾ ਹਾਂ, ਜਿਵੇਂ ਤੁਹਾਨੂੰ ਅਗਰ ਪਾਕਟ ਮਨੀ ਮਿਲਦੀ ਹੈ 10 ਦੀ, 20 ਦੀ, ਠੀਕ ਹੈ, 30 ਦੀ, ਠੀਕ ਹੈ, 310 ਰੁਪਇਆ। ਹੁਣ ਇਹਦੇ 'ਚ ਇੱਕ ਚੀਜ਼ ਦੇਖਣਾ, ਹਮੇਸ਼ਾ 10 ਦਾ ਇੰਕਰੀਮੈਂਟ ਹੀ ਹੈ, ਯਾਨੀ ਕਿ ਕਦੇ ਵੀ ਤੁਹਾਨੂੰ 25 ਰੁਪਏ ਨਹੀਂ ਮਿਲੇ, ਜਾਂ ਤੁਹਾਨੂੰ ਕਦੇ ਵੀ 25.5 ਰੁਪਏ ਨਹੀਂ ਮਿਲੇ, ਤਾਂ ਅਸੀਂ ਕਹਿੰਦੇ ਵੀ ਜਿਹੜਾ ਵੀ ਸਾਡਾ
ਪੋਕਟ ਮਨੀ ਹੈਗਾ ਉਹ ਕੁਆਂਟਾਈਜ਼ਡ ਹੈਗਾ, ਯਾਨੀ ਕਿ ਮਿਨੀਮਮ ਵੈਲਿਊ 10 ਦਾ ਹੀ ਚੇਂਜ ਹੋਗਾ, ਚਾਹੇ ਘੱਟ ਹੋਵੇ ਚਾਹੇ ਵੱਧ ਹੋਵੇ, ਕਿਸੇ ਵੀ ਵੈਲਿਊ 'ਚ ਦੇਖ ਲਓ ਤਾਂ ਅਸੀਂ ਕਹਿੰਦੇ ਹਾਂ ਕਿ ਮਾਈ ਪੋਕਟ ਮਨੀ ਇਜ਼ ਕੁਆਂਟਾਈਜ਼ਡ। ਔਰ ਕਿਤਨੀ ਵੈਲਿਊ ਕੁਆਂਟਾਈਜ਼ਡ ਹੈ? ਇਟ ਇਜ਼ ਮਿਨੀਮਮ ਵੈਲਿਊ ਜੋ ਹੈ ਜਿਹੜੀ ਹੈਗੀ ਆ ਉਹ ਕਿੰਨੀ ਹੈਗੀ ਹੈ? 10 ਇਸ ਕੇਸ 'ਚ। ਉਸੇ ਤਰ੍ਹਾਂ ਕਿਸੇ ਵੀ ਚਾਰਜ ਬੋਡੀ ਦਾ ਹੋਏਗਾ ਉਹ ਹਮੇਸ਼ਾ ਮਲਟੀਪਲ ਹੋਏਗਾ ਬੇਸਿਕ ਯੂਨਿਟ ਆਫ ਚਾਰਜ ਦਾ। ਕਿੰਨਾ ਡੋਨੇਟ ਕਰਦੇ ਹਾਂ ਉਹਨੂੰ ਅਸੀਂ? E ਨਾਲ। E यानी कि अगर टोटल चार्ज Q है किसी भी बॉडी पे, एक इंटीगर मल्टीपल होगा E का, यानी कि 1 n की जगह की आ सकती वैल्यू? 0 आ सकती है, माइनस आ सकती है, पॉजिटिव आ सकती है। इतने 2 पाना, पॉजिटिव 2 मतलब इसका चार्ज कितना हो गया? पॉजिटिव 2E। अगर -3 पादा तो कितना चार्ज हो गया? -3E। हमेशा मल्टीप्लाई बेसिक नाल ही होना है, असी इतने 1.5 नहीं ला सकते। ਇਹ ਹਮੇਸ਼ਾ ਇੰਟੀਗਰਲ ਮਲਟੀਪਲ ਹੋਣਾ ਹੈ, ਇੰਟੀਜਰ ਹੀ ਹੋਣਗੇ ਜਿਹੜੇ ਮਲਟੀਪਲਾਈ ਹੋਣਗੇ। 1 2 3 0 -1 -2 -3 ਇਦਾਂ ਦੀ ਵੈਲਿਊ ਹੀ ਅਸੀਂ ਲੈ ਸਕਦੇ ਹਾਂ। ਇਸ ਫੈਕਟ ਨੂੰ, ਇਸ ਪਰਟੀਕੂਲਰ ਫੈਕਟ ਨੂੰ ਕਹਿੰਦੇ ਨੇ ਕੁਆਂਟਾਈਜੇਸ਼ਨ ਆਫ ਚਾਰਜ। ਹੁਣ ਦੇਖੋ ਇਹ ਬੇਸਿਕ ਯੂਨਿਟ ਦੀ ਜਿਹੜੀ ਗੱਲ ਕਰ ਰਹੇ ਹਾਂ, ਇੱਥੇ ਕਿਹੜੀ ਯੂਨਿਟ ਸੀਗੀ? 10 20 30 ਔਰ ਕੁਆਂਟਾਈਜ਼ਡ ਕਿਤਨੀ ਹੋ ਰਹੀ थी? 10 ਦਾ ਹੀ ਫਰਕ ਪੈ ਰਿਹਾ ਸੀ ਕਿਤੇ ਵੀ। ਹਮੇਸ਼ਾ 310 ਵੀ ਸੀਗਾ 10 ਦਾ ਹੀ ਮਲਟੀਪਲ ਹੈ, 30 ਵੀ 10 ਦਾ ਮਲਟੀਪਲ ਹੈ, 20 ਵੀ 10 ਦਾ ਮਲਟੀਪਲ ਹੈ, 10 ਵੀ 10 ਦਾ ਮਲਟੀਪਲ ਹੈ। ਤਾਂ ਬੇਸਿਕ ਯੂਨਿਟ ਕਿਹੜੀ ਆ ਗਈ ਇੱਥੇ? ਇਸ ਪਾਕਟ ਮਨੀ ਦੇ ਕੇਸ 'ਚ 10 ਆ ਗਈ। ਨਾਓ ਇਨ ਕੇਸ ਆਫ ਕੁਆਂਟਾਈਜੇਸ਼ਨ ਆਫ ਚਾਰਜ ਦ ਬੇਸਿਕ ਯੂਨਿਟ ਆਫ ਚਾਰਜ ਇਜ਼ ਜਿਹੜਾ ਇਲੈਕਟ੍ਰੋਨ ਤੇ ਚਾਰਜ ਹੁੰਦਾ ਹੈ, ਜਿਹੜਾ -1.602 इंटू 10⁻⁻19 कूलम, ये पावर में आएगा -19 कूलम। ये -E नाल डिनोट करना है, ए प्लस E नाल डिनोट करना है। थैंक यू बेटा।